ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਮੈਂ ਹਾਂ ਜੀ ਮਨਪ੍ਰੀਤ ਧਾਮੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਨਜ਼ਰ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਗੁਰਮੀਤ ਸਿੰਘ ਪਲਾਹੀ ਜੀ ਜਿਹੜੇ ਕਿ ਇੱਕ ਪ੍ਰਸਿੱਧ ਲੇਖਕ ਨੇ। ਸਵਾਗਤ ਹੈ ਸਰ ਜੀ ਤੁਹਾਡਾ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਜਿੱਥੇ ਅਸੀਂ ਅੱਜ ਜਿਹੜੀ ਵਿਸ਼ੇਸ਼ ਜਾਣਕਾਰੀ ਕੀ ਹੈਗੀ ਹੈ ਕੋਵਿਡ-19 ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਨੇ ਅੱਜ ਦੀਆਂ ਵਿਸ਼ੇਸ਼ ਖਬਰਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਮੇਨ ਸਾਡਾ ਵਿਸ਼ਾ ਅੱਜ ਦਾ ਇਹ ਹੋਵੇਗਾ ਕਿ ਜਿਹੜਾ ਕਰੋਨਾ ਦਾ ਪ੍ਰਕੋਪ ਆ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਸਾਡੇ ਆਲੇ ਦੁਆਲੇ। ਨਾਲ ਦੀ ਨਾਲ ਸਾਨੂੰ ਖੁੱਲ੍ਹ ਵੀ ਮਿਲ ਚੁੱਕੀ ਹੈ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਆ, ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਫਿਰ ਅਸੀਂ ਆਮ ਜਨਤਾ ਕਿ ਅਸੀਂ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰ ਰਹੇ ਜਿਸ ਕਾਰਨ ਇਹ ਕਰੋਨਾ ਵੱਧ ਰਿਹਾ। ਸੋ ਇਹ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਉਹਦੇ ਬਾਰੇ ਤੁਸੀਂ ਕੀ ਸੋਚ ਰੱਖਦੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਉਹ ਸਾਡੇ ਨਾਲ ਟੈਲੀਫੋਨ ਰਾਹੀਂ ਜਿਹੜਾ ਜੁੜ ਸਕਦੇ ਹੋ। ਨੰਬਰ ਹੈ ਜੀ ਸਟੂਡੀਓ ਦਾ 01824 508 709, ਦੂਸਰਾ ਨੰਬਰ ਹੈਗਾ 380 113 ਤੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਹਾਂ ਅੱਜ ਦੀ ਕਿ ਕੀ ਰਿਪੋਰਟ ਹੈਗੀ ਹੈ ਕੋਵਿਡ-19 ਦੀ। ਤੇ ਜਿੱਥੇ ਕੱਲ ਇਹ ਅੰਕੜਾ 2300 ਕੁਛ ਦਾ ਅੰਕੜਾ ਸੀਗਾ ਕੋਵਿਡ-19 ਪੀੜਤਾਂ ਦਾ, ਉੱਥੇ ਹੀ ਇਹ ਜਿਹੜਾ ਅੰਕੜਾ ਆ ਅੱਜ 2474 ਤੱਕ ਪਹੁੰਚ ਗਿਆ ਹੈ। ਮਤਲਬ ਕਹਿ ਲਓ ਕਿ 100 ਦੇ ਉੱਪਰ ਦਾ ਜਿਹੜਾ ਅੰਕੜਾ ਅਸੀਂ 1-2 ਦਿਨਾਂ ਦੇ ਵਿੱਚ ਜ਼ਿਆਦਾ ਉਹ ਪੂਰਾ ਕੀਤਾ ਹੈ ਤੇ 51 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਨਵੇਂ ਕੇਸ 24 ਘੰਟੇ ਦੇ ਵਿੱਚ ਜਿਹੜੇ ਸਾਹਮਣੇ ਆਏ ਨੇ ਉਹ 37 ਕੇਸ ਸਾਹਮਣੇ ਆਏ ਨੇ ਤੇ 2 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਜਿਹੜੀਆਂ ਕਿ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ। ਤੇ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਛੋਟ ਮਿਲ ਗਈ ਹੈ ਹਨਾ, ਸਾਡੀ ਬੜੀ ਅਸੀਂ ਗੁਹਾਰ ਲਗਾਈ ਸੀ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਛੋਟ ਮਿਲੇ, ਸਾਨੂੰ ਦੁਕਾਨਾਂ ਜਿਹੜੀਆਂ ਪੂਰਾ ਵੀਕ ਜਿਹੜਾ ਸੰਡੇ ਨੂੰ ਛੱਡ ਕੇ ਖੁੱਲੀਆਂ ਮਿਲਣ ਹਨਾ। ਤੇ ਹੁਣ ਜਿਹੜਾ ਇਹ ਕਰੋਨਾ ਦਾ ਪ੍ਰਕੋਪ ਆ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਕਹਿ ਲਓ ਕਿ ਜਿੱਥੇ 24 ਘੰਟੇ ਦੇ ਵਿੱਚ ਅਸੀਂ ਬਹੁਤ ਘੱਟ ਅੰਕੜਾ ਨੋਟ ਕਰਦੇ ਸੀ ਪੀੜਤਾਂ ਦਾ, ਮੌਤਾਂ ਦਾ, ਉੱਥੇ ਹੀ ਅੰਕੜਾ ਜਿਹੜਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ। ਬੇਸ਼ੱਕ ਅਸੀਂ ਜਲੰਧਰ ਦੀ ਗੱਲ ਕਰੀਏ, ਲੁਧਿਆਣਾ ਦੀ ਗੱਲ ਕਰੀਏ, ਅਸੀਂ ਸਰਕਾਰ ਅੱਗੇ ਆਵਾਜ਼ ਲਗਾਈ ਸੀ ਕਿ ਸਾਨੂੰ ਆਹ ਖੁੱਲ੍ਹ ਚਾਹੀਦੀ ਆ ਕਿਉਂਕਿ ਸਾਡਾ ਜਿਹੜਾ ਮਤਲਬ ਕੰਮਕਾਰ ਬੰਦ ਆ, ਸਾਡਾ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਨਹੀਂ ਹੋ ਰਿਹਾ। ਹੁਣ ਸਰਕਾਰ ਨੇ ਖੁੱਲ੍ਹ ਵੀ ਦੇ ਦਿੱਤੀ ਹੈ, ਅਸੀਂ ਆਪਣੇ ਕੰਮਾਂ ਤੇ ਵੀ ਰੈਗੂਲਰ ਜਾਣ ਲੱਗ ਪਏ, ਅਸੀਂ ਆਪਣੇ ਕੰਮਕਾਰ ਕਰਨ ਲੱਗ ਪਏ ਆ। ਪਰ ਜਿਹੜੇ ਹੁਣ ਇਹ ਕੇਸ ਇੰਨੀ ਗਿਣਤੀ ਦੇ ਵਿੱਚ ਵੱਧ ਰਹੇ ਨੇ ਇਹਦਾ ਕੀ ਕਾਰਨ ਆ? ਕੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ ਜਾਂ ਫਿਰ ਅਸੀਂ ਆਮ ਜਨਤਾ ਇਹਦੇ ਲਈ ਜ਼ਿੰਮੇਵਾਰ ਹੈ ਕਿ ਅਸੀਂ ਨਿਯਮਾਂ ਦਾ ਜਿਹੜਾ ਸਹੀ ਪਾਲਣ ਹੈ ਉਹ ਨਹੀਂ ਕਰ ਰਹੇ? ਅਸਲ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਦੇ ਵਿੱਚ ਜਿਹੜੀਆਂ ਖੁੱਲ੍ਹਾਂ ਦਿੱਤੀਆਂ ਗਈਆਂ ਨੇ ਉਹ ਬਹੁਤ ਹੀ ਸੋਚ ਸਮਝ ਕੇ ਦਿੱਤੀਆਂ ਗਈਆਂ ਨੇ ਜੀ। ਇਸ ਢੰਗ ਦੇ ਨਾਲ ਹਫੜਾ ਦਫੜੀ ਦੇ ਵਿੱਚ ਨਹੀਂ ਦਿੱਤੀਆਂ ਗਈਆਂ, ਸਗੋਂ ਇਹ ਮਹਿਸੂਸ ਕਰਕੇ ਕਿ ਦੇਸ਼ ਦੀ ਆਰਥਿਕਤਾ ਜਿਹੜੀ ਹੈ ਉਹ ਨਸ਼ਟ ਹੋ ਰਹੀ ਹੈ। ਲੋਕਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਭੁੱਖ ਤੇ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਜੀ। ਪਰ ਨਾਲ ਦੀ ਨਾਲ ਸਰਕਾਰ ਨੇ ਇੱਕ ਗੱਲ ਬਹੁਤ ਹੀ ਸਾਫ਼ ਸੁਥਰੀ ਕੀਤੀ ਸੀ ਕਿ ਅਸੀਂ ਕਰੋਨਾ ਵਾਇਰਸ ਤੋਂ ਹਾਲੇ ਛੁਟਕਾਰਾ ਨਹੀਂ ਪਾਇਆ। ਇੱਕ ਛੋਟੀ ਜਿਹੀ ਜੰਗ ਜਿਹੜੀ ਹੈ ਉਹ ਅਸੀਂ ਇਸ ਮਾਮਲੇ ਤੇ ਜਿੱਤੀ ਜ਼ਰੂਰ ਹੈ। ਲਾਕਡਾਊਨ ਕਰਕੇ ਅਸੀਂ ਕਮਿਊਨਿਟੀ ਲੈਵਲ ਤੇ ਫੈਲਣ ਤੋਂ ਹਾਲ ਦੀ ਘੜੀ ਇਸ ਨੂੰ ਬਚਾ ਤਾਂ ਲਿਆ ਹੈ, ਪਰ ਇਹ ਵਾਇਰਸ ਹਾਲੇ ਵੀ ਲਗਾਤਾਰ ਮਨੁੱਖਤਾ ਦੇ ਉੱਤੇ ਇੱਕ ਘਾਤਕ ਹਮਲਾ ਕਰ ਰਿਹਾ ਜੀ। ਤੇ ਜੇ ਇਹ ਘਾਤਕ ਹਮਲਾ ਕਰ ਰਿਹਾ ਤੇ ਉਸ ਨੂੰ ਬਚਾ ਲਈ ਸਰਕਾਰ ਵੱਲੋਂ ਜਿਹੜੀਆਂ ਪ੍ਰੀਕਾਸ਼ਨਸ ਲੈਣ ਲਈ ਕਹੀਆਂ ਗਈਆਂ ਨੇ, ਸਾਡੇ ਸਾਇੰਸਦਾਨਾਂ ਵੱਲੋਂ ਵੀ, ਸਾਡੇ ਡਾਕਟਰਾਂ ਵੱਲੋਂ ਵੀ, ਉਹ ਲੋਕਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਜੀ। ਪਰ ਆਮ ਤੌਰ ਤੇ ਕੀ ਦੇਖਣ ਨੂੰ ਮਿਲਦਾ ਵੀ ਅਸੀਂ ਲੋਕ ਬੜੇ ਲਾਪਰਵਾਹ ਹੋ ਜਾਂਦੇ ਆ, ਬੇਪਰਵਾਹ ਹੋ ਜਾਂਦੇ ਆ ਉਸ ਵੇਲੇ ਜਦੋਂ ਸਾਨੂੰ ਥੋੜੀਆਂ ਛੋਟਾਂ ਮਿਲ ਜਾਂਦੀਆਂ ਨੇ ਜੀ। ਕਰਫਿਊ ਦੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਲਗਾਤਾਰ ਪੁਲਿਸ ਪ੍ਰਸ਼ਾਸਨ ਹੋਰ ਸਾਰੇ ਲੋਕ ਇਸ ਗੱਲ ਲਈ ਜਾਗਰੂਕ ਕਰ ਰਹੇ ਸੀ ਲੋਕਾਂ ਨੂੰ ਕਿ ਭਾਈ ਘਰਾਂ ਤੋਂ ਬਾਹਰ ਨਾ ਨਿਕਲੋ, ਬੜਾ ਔਖਾ ਸਮਾਂ ਹੈ ਸਾਡੇ ਉੱਤੇ ਜੀ। ਪਰ ਲੋਕਾਂ ਨੇ ਲਗਾਤਾਰ ਉਸ ਗੱਲ ਨੂੰ ਵੀ, ਉਹਨਾਂ ਹੁਕਮਾਂ ਨੂੰ ਕਈ ਹਾਲਤਾਂ ਵਿੱਚ ਟਿੱਚ ਸਮਝਿਆ ਜੀ। ਕਈ ਹਾਲਤਾਂ ਵਿੱਚ ਜਿਸ ਵੇਲੇ ਪੁਲਿਸ ਨੇ ਜ਼ਬਰਦਸਤੀ ਕੋਈ ਲੜਾਈ ਵਾਲਾ ਕੰਮ ਲਿਆ ਉਸ ਵੇਲੇ ਉਹਨਾਂ ਦੇ ਵਿਰੋਧ ਵਿੱਚ ਵੀ ਗੱਲਾਂ ਹੋਈਆਂ। ਪਰ ਇੱਕ ਗੱਲ ਸਾਡੇ ਸਿਟੀਜ਼ਨਸ ਨੂੰ ਸਮਝ ਲੈਣੀ ਚਾਹੀਦੀ ਆ ਕਿ ਅਸੀਂ ਇਸ ਪ੍ਰਕੋਪ ਤੋਂ ਬਰੀ ਨਹੀਂ ਹੋਏ। ਲਗਾਤਾਰ ਸਾਡੇ ਉੱਤੇ ਕਰੋਨਾ ਵਾਇਰਸ ਦਾ ਹਮਲਾ ਜਿਹੜਾ ਹੈ ਉਹ ਹੋ ਰਿਹਾ। ਦੇਖੋ ਵੱਖੋ ਵੱਖਰੇ ਥਾਵਾਂ ਤੋਂ ਜਿਸ ਵੇਲੇ ਲੋਕ ਆ ਰਹੇ ਨੇ, ਜਿਵੇਂ ਪ੍ਰਵਾਸ ਤੋਂ ਪਰਤੇ ਹੋਏ ਕੁਝ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਅਮਰੀਕਾ, ਕੈਨੇਡਾ, ਹੋਰ ਥਾਵਾਂ ਤੇ ਗਏ, ਉਹ ਵਾਪਸ ਆ ਰਹੇ ਨੇ। ਉਹਨਾਂ ਦੀ ਸਕਰੀਨਿੰਗ ਹੋ ਰਹੀ ਹੈ, ਉਹਨਾਂ ਨੂੰ ਕਾਤ ਵਾਸਤੇ ਵਿੱਚ ਰੱਖਿਆ ਜਾ ਰਿਹਾ, ਕਿਸੇ ਥਾਵਾਂ ਤੇ ਕਮਿਊਨਿਟੀ ਦੇ ਵਿੱਚ ਰੱਖਿਆ ਜਾ ਰਿਹਾ, ਕਿਸੇ ਥਾਂ ਤੇ ਉਹਨਾਂ ਨੂੰ ਘਰਾਂ ਵਿੱਚ ਰੱਖਿਆ ਜਾ ਰਿਹਾ ਜੀ।
ਇੱਕ ਗੱਲ ਜਿਹੜੀ ਜ਼ਿੰਮੇਵਾਰੀ ਫਿਕਸ ਕਰਨ ਦੀ ਹੈ, ਸਰਕਾਰ ਆਪਣੇ ਤੌਰ ਤੇ ਆਪਣੇ ਢੰਗ ਦੇ ਨਾਲ ਇਸ ਮਸਲੇ ਨੂੰ ਹੈਂਡਲ ਕਰਨ ਦਾ ਯਤਨ ਕਰਦੀ ਹੈ, ਪਰ ਕਦੇ-ਕਦੇ ਇਵੇਂ ਵੀ ਲੱਗਦਾ ਕਿ ਬੇਲੋੜੀ ਢਿੱਲ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਸੀ, ਉਸ ਨੇ ਵੀ ਇਸ ਗੱਲ ਦੇ ਵਿੱਚ ਵਾਧਾ ਕੀਤਾ ਹੈ। ਬਿਲਕੁਲ। ਦੂਸਰੀ ਗੱਲ ਇਹ ਆ ਕਿ ਸਿਆਸਤਦਾਨ ਲੋਕ ਜਿਹੜੇ ਨੇ ਉਹਨਾਂ ਨੇ ਵੀ ਇਸ ਮਾਮਲੇ ਤੇ ਬੜੀ ਖੁੱਲ੍ਹ ਖੇਲਣ ਦਾ ਯਤਨ ਕੀਤਾ। ਅਨਾਜ ਵੰਡਣ ਵੇਲੇ ਆਪਣੇ ਆਪ ਦੇ ਵਿੱਚ ਲਿਆ, ਕ੍ਰੈਡਿਟ ਲੈਣ ਦੀ ਗੱਲ ਹੋਈ, ਜੇ ਕੋਈ ਹੋਰ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਉਸ ਗੱਲ ਤੇ ਵੀ ਕ੍ਰੈਡਿਟ ਲੈਣ ਦੀ ਗੱਲ ਹੋਈ, ਤੇ ਆਪ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿਸ ਵੇਲੇ ਉਹ ਗਲੀਆਂ ਬਾਜ਼ਾਰਾਂ ਹੋਰ ਥਾਵਾਂ ਤੇ ਗਏ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਇਸ ਕਿਸਮ ਦਾ ਵਰਤਾਰਾ ਜਿਹੜਾ ਕੀਤਾ ਗਿਆ ਹੈ ਉਹ ਨਹੀਂ ਸੀ ਕੀਤਾ ਜਾਣਾ ਚਾਹੀਦਾ। ਸੋ ਸਮੱਸਿਆ ਇੱਥੇ ਖੜੀ ਹੈ ਕਿ ਅਸੀਂ ਲੋਕ ਜਿਹੜੇ ਮਹਿਸੂਸ ਕਰਦੇ ਹਾਂ ਸੈਂਸਿਟਿਵਲੀ, ਉਹ ਇਹ ਕਿ ਲੋਕਾਂ ਨੂੰ ਜ਼ਿਆਦਾ ਡਿਸਪਲਿਨ ਵਿੱਚ ਰਹਿਣ ਦੀ ਲੋੜ ਹੈ। ਵੈਸੇ ਪੰਜਾਬੀ ਕੌਮ ਜਿਹੜੀ ਹੈ ਡਿਸਪਲਿਨ ਲਈ ਨਹੀਂ ਜਾਣੀ ਜਾਂਦੀ, ਲਾਪਰਵਾਹ ਅਸੀਂ ਲੋਕ ਹੈਗੇ ਆ, ਰਤਾ ਢਿੱਲ ਮਿਲਦੀ ਆ, ਅਸੀਂ ਛਾਲਾਂ ਮਾਰਨ ਲੱਗ ਪੈਂਦੇ ਆ। ਹੋਰ ਬਹੁਤ ਸਾਰੇ ਥਾਵਾਂ ਤੇ ਜਿਸ ਵੇਲੇ ਅਸੀਂ ਦੇਖ ਰਹੇ ਹਾਂ ਵੀ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਮਾਸਕ ਪਹਿਨ ਕੇ ਜਾਓ, ਦਿਨ ਵੇਲੇ ਹਰ ਵੇਲੇ ਹੱਥ ਧੋਣ ਦਾ ਯਤਨ ਕਰੋ ਸਾਬਣ ਦੇ ਨਾਲ, ਦੂਰੀ ਬਣਾਈ ਰੱਖੋ। ਇਹ ਸਾਰੀਆਂ ਗੱਲਾਂ ਅਸੀਂ ਫਟਾਫਟ ਉਸ ਵੇਲੇ ਭੁੱਲ ਜਾਂਦੇ ਹਾਂ ਜਦੋਂ ਅਸੀਂ ਕੰਮ ਕਰਨ ਲੱਗ ਪੈਂਦੇ ਹਾਂ, ਜਾਂ ਸਾਨੂੰ ਪੈਸੇ ਦੀ ਹੋੜ ਦੇ ਵਿੱਚ, ਅਸੀਂ ਵੱਧ ਪੈਸੇ ਕਮਾਉਣ ਦੇ ਵਿੱਚ ਦੁਕਾਨਾਂ ਦੇ ਉੱਤੇ ਵੀ ਫਟਾਫਟ ਇੱਧਰ ਉੱਧਰ ਤੁਰੇ ਫਿਰਦੇ ਹਾਂ, ਕਾਹਲੀ ਦੇ ਵਿੱਚ ਅਸੀਂ ਜਾਂਦੇ ਹਾਂ। ਜਿਵੇਂ ਇੱਕ ਨੌਜਵਾਨ ਆ, ਉਹਦੇ ਹੱਥ ਦੇ ਵਿੱਚ ਸਕੂਟਰ ਆ ਜਾਂਦਾ, ਚਾਹੀਦਾ ਤਾਂ ਉਹਨੂੰ 40-50 ਕਿਲੋਮੀਟਰ ਦੀ ਸਪੀਡ ਤੇ ਜਾਣਾ ਤੇ ਉਹ 70 ਤੇ ਜਾਂਦਾ, ਘਰ ਜਾ ਕੇ ਕਰਨਾ ਵੀ ਕੁਝ ਨਹੀਂ ਹੁੰਦਾ, ਪਰ ਇੱਕ ਮਨ ਦੇ ਵਿੱਚ ਕਾਹਲੀ ਹੈ ਕਿ ਮੈਂ ਛੇਤੀ ਪਹੁੰਚ ਜਾਵਾਂ, ਮੈਂ ਦੂਜਿਆਂ ਤੋਂ ਪਹਿਲਾਂ ਪਹੁੰਚ ਜਾਵਾਂ। ਇਹ ਦੂਜਿਆਂ ਤੋਂ ਪਹਿਲਾਂ ਭਾਈ ਕਰੋਨਾ ਵਾਇਰਸ ਦੇ ਮਾਮਲੇ ਤੇ ਨਾ ਪਹੁੰਚੋ, ਨਹੀਂ ਤਾਂ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਤੁਹਾਨੂੰ ਲੈ ਲੈਣਾ। ਜਿੱਥੇ ਤੁਸੀਂ ਆਪ ਲਪੇਟ ਵਿੱਚ ਆਉਣਾ, ਨਾਲ ਦੀ ਨਾਲ ਫੈਮਿਲੀ ਨੂੰ ਵੀ ਬਿਲਕੁਲ ਕਮਿਊਨਿਟੀ ਜਿਹੜੀ ਹੈ ਉਹ ਇਸ ਗੱਲ ਲਈ ਭੁਗਤੇਗੀ। ਦੇਖੋ ਫਗਵਾੜਾ ਦੇ ਵਿੱਚ ਬੜਾ ਅੱਛਾ ਸਾਰਾ ਸਿਸਟਮ ਰਿਹਾ ਹੈ, ਜਿੱਥੇ ਕਿਤੇ ਵੀ ਕੋਈ ਵੀ ਇਸ ਕਿਸਮ ਦੀ ਗੱਲ ਹੋਈ ਹੈ ਉਸ ਨੂੰ ਸੰਭਾਲਣ ਦਾ ਯਤਨ ਹੋਇਆ। ਕੱਲੇ ਹੀ ਕਰੋਨਾ ਵਾਇਰਸ ਦੇ ਮਾਮਲੇ ਤੇ ਗ੍ਰੀਨ ਜ਼ੋਨ ਦੇ ਵਿੱਚ ਕਪੂਰਥਲਾ ਆ ਗਿਆ, ਫਗਵਾੜਾ ਵੀ ਉਹਨਾਂ ਦੇ ਵਿੱਚ ਇੱਕ ਹੈ। ਹਾਲਾਂਕਿ ਇੱਥੇ ਬੜੀ ਵੱਡੀ ਇੰਡਸਟਰੀ ਹੈ, ਇੱਥੇ ਯੂਨੀਵਰਸਿਟੀਆਂ ਨੇ, ਇੱਥੇ ਹੋਰ ਮਤਲਬ ਅਦਾਰੇ ਇਹੋ ਜਿਹੇ ਨੇ ਜਿੱਥੇ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਨਾਲ ਇਸ ਕਿਸਮ ਦੀਆਂ ਸੰਭਾਵਨਾਵਾਂ ਵੱਧ ਨੇ, ਪਰ ਇੱਥੋਂ ਦੀ ਐਡਮਿਨਿਸਟ੍ਰੇਸ਼ਨ, ਇੱਥੋਂ ਦਾ ਪੁਲਿਸ ਪ੍ਰਸ਼ਾਸਨ ਤੇ ਖਾਸ ਤੌਰ ਤੇ ਮੈਂ ਸਮਝਦਾ NGOs ਨੇ ਜਿਹੜੀਆਂ ਸੀ, ਉਹਨਾਂ ਨੇ ਇਸ ਢੰਗ ਦੇ ਨਾਲ ਕੰਮ ਕੀਤਾ ਪ੍ਰਸ਼ਾਸਨ ਦੇ ਨਾਲ ਰਲ ਕੇ ਕਿ ਲੋਕ ਸਹੂਲਤ ਦੇਣ ਲਈ ਯਤਨ ਕੀਤਾ ਔਰ ਲੋਕਾਂ ਨੂੰ ਭੁੱਖਿਆ ਨਹੀਂ ਸੌਣ ਦਿੱਤਾ। ਤੇ ਸਰ ਉੱਥੇ ਜਿੱਥੇ ਸਾਨੂੰ ਖੁੱਲ ਮਿਲ ਗਈ ਹੈ ਹਨਾ, ਪਹਿਲਾਂ ਜਦੋਂ ਇਹ ਖੁੱਲ ਨਹੀਂ ਸੀ ਮਿਲੀ ਉਦੋਂ ਕੇਸ ਬਹੁਤ ਘੱਟ ਸੀਗੇ ਸਾਡੇ ਆਲੇ ਦੁਆਲੇ ਹਨਾ, ਹੁਣ ਕੇਸ ਵੀ ਬਹੁਤ ਜ਼ਿਆਦਾ ਵੱਧ ਗਏ ਨੇ। ਕਿਤੇ ਨਾ ਕਿਤੇ ਜਿਹੜਾ ਆਮ ਜਨਤਾ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈਗੀ ਹੈ ਕਿ ਉਹਨੇ ਜਿਹੜੀ ਇੰਨੀ ਖੁੱਲ ਦੇ ਦਿੱਤੀ ਹੈ ਤਾਂ ਕਿ ਜਿਹੜੀ ਆਮ ਜਨਤਾ ਆ ਉਹ ਰਾਸ਼ਨ ਦੇ ਲਈ ਜਾਂ ਫਿਰ ਹੋਰ ਲੋੜਾਂ ਦੇ ਲਈ ਗੁਹਾਰ ਨਾ ਲਾ ਸਕੇ। ਨਹੀਂ, ਇਸ ਗੱਲ ਨੂੰ ਇਸ ਢੰਗ ਦੇ ਨਾਲ ਨਹੀਂ ਲੈਣਾ ਚਾਹੀਦਾ। ਜੇ ਅਸੀਂ ਇਸ ਮਾਮਲੇ ਤੇ ਪਹੁੰਚਾਣ ਕਰਨੀ ਸ਼ੁਰੂ ਕਰ ਦਈਏ ਤੇ ਸਾਨੂੰ ਲਾਕਡਾਊਨ ਦੇ ਉਹਨਾਂ ਦਿਨਾਂ ਦੀ ਗੱਲ ਕਰਨੀ ਚਾਹੀਦੀ ਆ ਜਿਨ੍ਹਾਂ ਦਿਨਾਂ ਦੇ ਵਿੱਚ ਲਾਕਡਾਊਨ ਲਾਉਣਾ ਲਾ ਦਿੱਤਾ, ਯਕਦਮ ਲਗਾ ਦਿੱਤਾ। ਬਿਲਕੁਲ, ਪਰ ਕਿਤੇ ਬਹੁਤ ਲੋਕ ਕਹਿੰਦੇ ਨੇ ਇਹ ਗੱਲ ਕਿ ਲਾਕਡਾਊਨ ਲਾਉਣ ਤੋਂ ਪਹਿਲਾਂ 5-4 ਦਿਨ ਜੇ ਕੋਈ ਖੁੱਲ੍ਹ ਦੇ ਦਿੱਤੀ ਜਾਂਦੀ ਵੀ ਆਪਣੇ ਘਰਾਂ ਨੂੰ ਚਲ ਜਾਓ, ਆਪਣੇ ਘਰਾਂ ਦੇ ਵਿੱਚ ਰਾਸ਼ਨ ਪਾ ਕੇ ਰੱਖ ਲਓ, ਜਾਂ ਹੋਰ ਸਹੂਲਤਾਂ ਜਿਹੜੀਆਂ ਨੇ ਚਾਹੀਦੀਆਂ ਦਵਾਈਆਂ ਦੀਆਂ ਹੋਰ ਸਾਰੀਆਂ ਉਹ ਕਰ ਲਓ, ਤੇ ਮੇਰਾ ਖਿਆਲ ਹੈ ਵੀ ਇਸ ਢੰਗ ਦੇ ਨਾਲ ਜਿਸ ਕਿਸਮ ਦਾ ਮਜ਼ਦੂਰਾਂ ਨੂੰ ਇਹ ਤਰਾਸਦੀ ਦੇ ਵਿੱਚੋਂ ਲੰਘਣਾ ਪਿਆ, ਜਿਸ ਢੰਗ ਦੇ ਨਾਲ ਲੋਕਾਂ ਨੂੰ ਇਹ ਹਾਲੋਂ ਬੇਹਾਲ ਹੋਣਾ ਪਿਆ, ਉਹ ਗੱਲ ਜਿਹੜੀ ਹੈ ਸ਼ਾਇਦ ਕੁਛ ਘੱਟ ਹੁੰਦੀ। ਪਰ ਦੂਜੇ ਪਾਸੇ ਜਿਸ ਵੇਲੇ ਅਸੀਂ ਹੁਣ ਗੱਲ ਕਰਦੇ ਹਾਂ ਵੀ ਅਸੀਂ ਖੁੱਲ੍ਹ ਦੇ ਦਿੱਤੀ ਹੈ, ਦੇਖੋ ਗੱਲ ਇਹ ਆ ਵੀ ਕਿਸੇ ਨਾ ਕਿਸੇ ਵੇਲੇ ਸਾਨੂੰ ਲਾਕਡਾਊਨ ਦੇ ਵਿੱਚੋਂ ਬਾਹਰ ਨਿਕਲਣ ਲਈ ਯਤਨ ਤਾਂ ਕਰਨਾ ਹੀ ਪੈਣਾ। ਬਿਲਕੁਲ, ਅੱਜ ਨਹੀਂ ਤਾਂ ਕੱਲ ਨਹੀਂ ਤੇ ਪਰਸੋਂ ਇਸ ਸਥਿਤੀ ਦੇ ਵਿੱਚ ਅਸੀਂ ਲਗਾਤਾਰ ਨਹੀਂ ਰਹਿ ਸਕਦੇ, ਕਿਉਂਕਿ ਨਹੀਂ ਤੇ ਕਰੋਨਾ ਨਾਲ ਮਰਨ ਨਾਲੋਂ ਲੋਕ ਭੁੱਖ ਨਾਲ ਵੱਧ ਮਰ ਜਾਣਗੇ। ਲੋਕਾਂ ਦੇ ਬਿਜ਼ਨਸ ਜਿਹੜੇ ਆਲਰੇਡੀ ਤਬਾਹ ਹੋ ਚੁੱਕੇ ਨੇ। ਦੇਖੋ ਕੁਝ ਇੱਕ ਇਹੋ ਜਿਹੀਆਂ ਗੱਲਾਂ ਨੇ, ਸਕੂਲ ਕਾਲਜ ਬੰਦ ਹੋ ਗਏ ਨੇ, ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਬੰਦ ਹੋ ਗਏ ਨੇ, ਇਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਰੋਜ਼ਗਾਰ ਨੇ ਉਹ ਬਿਲਕੁਲ ਖਤਮ ਹੋ ਗਏ ਨੇ। ਔਰ ਇਹਦੇ ਨਾਲ ਤੁਸੀਂ ਦੇਖੋ ਕੁਝ ਲੋਕ ਜਿਹੜੇ ਹਰ ਰੋਜ਼ ਇੱਕ ਰੋਟੀ ਕਮਾਉਣ ਲਈ ਬਾਜ਼ਾਰ ਦੇ ਵਿੱਚ ਬੈਠਦੇ ਨੇ, ਛੋਟੇ ਕਾਰੀਗਰ ਨੇ, ਉਹਨਾਂ ਦਾ ਕੰਮਕਾਰ ਸਾਰਾ ਚੌਪਟ ਹੋ ਗਿਆ। ਤੇ ਜੇ ਇਹ ਸਾਰੀਆਂ ਗੱਲਾਂ ਇਸ ਢੰਗ ਦੇ ਨਾਲ ਹੀ ਰਹਿੰਦੀਆਂ
ਤੇ ਅਸੀਂ ਇਸ ਗੱਲ ਲਈ ਉਡੀਕਦੇ ਰਹਿੰਦੇ ਪਏ ਹਾਲੇ ਭਾਈ ਹੋਰ ਲਾਕਡਾਊਨ ਲਾਈ ਰੱਖੋ, ਉਹਦੇ ਨਾਲ ਅੱਗੇ ਨਾਲੋਂ ਵੱਧ ਸਖਾਵਾਂ ਹੋ ਜਾਏਗਾ। ਪਰ ਇਹ ਇਵੇਂ ਨਹੀਂ ਸੀ ਹੋਣਾ। ਇਹ ਹੋਣਾ ਇਵੇਂ ਸੀ ਵੀ ਲਾਕਡਾਊਨ ਲਾਇਆ, ਕਰਫਿਊ ਲਗਾਇਆ, ਹਦਾਇਤਾਂ ਦਿੱਤੀਆਂ ਗਈਆਂ, ਬਚਾਅ ਰੱਖਿਆ ਗਿਆ, ਸਹੂਲਤਾਂ ਦਿੱਤੀਆਂ ਗਈਆਂ, ਅਨਾਜ ਦਿੱਤਾ ਗਿਆ ਜਾਂ ਹੋਰ ਜੋ ਕੁਝ ਵੀ ਦੇਣ ਵਾਲੀ ਗੱਲ ਸੀ ਸਰਕਾਰ ਵੱਲੋਂ ਕੀਤੀ ਗਈ ਹੈ। ਹੁਣ ਸਮਾਂ ਹੀ ਸੀ ਕਿ ਲਾਕਡਾਊਨ ਨੂੰ ਸਮਾਪਤ ਕਰ ਦਿੱਤਾ ਜਾਂਦਾ। ਇਹ ਸਾਜ਼ਿਸ਼ ਵਾਲੀ ਗੱਲ ਤਾਂ ਇਹਦੇ ਵਿੱਚ ਕੋਈ ਗੱਲ ਲੱਗਦੀ ਨਹੀਂ, ਪਰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਸਾਨੂੰ ਦੇਖੋ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਵੀ ਲਾਕਡਾਊਨ ਜਿਹੜਾ ਲੱਗਾ ਹੈ ਇਹ ਤੋਂ ਬਚਾਅ ਕਰਕੇ ਰੱਖੋ, ਤੇ ਹੁਣ ਸਾਡੀ ਸਰਕਾਰ ਵੀ ਉੱਪਰਲੀ ਕਹਿਣ ਲੱਗ ਪਈ ਭਈ ਲਾਕਡਾਊਨ ਦੇ ਇਹਦੇ ਵਾਇਰਸ ਦੇ ਨਾਲ ਸਾਨੂੰ ਜੀਣਾ ਪੈਣਾ, ਸਿੱਖਣਾ ਪੈਣਾ। ਦੇਖੋ ਇਹ ਇੱਕ ਇਹੋ ਜਿਹੀ ਮਹਾਮਾਰੀ ਵਾਲੀ ਗੱਲ ਹੈ, ਇਹੋ ਜਿਹੀ ਬਿਮਾਰੀ ਵਾਲੀ ਗੱਲ ਹੈ ਜਿਹੜੀ ਬਾਕੀ ਲੱਗਦੀਆਂ ਬਿਮਾਰੀਆਂ ਨਾਲੋਂ ਥੋੜੀ ਵੱਖਰੀ ਹੈ। ਜੇ ਅਸੀਂ ਵੱਖਰੇ ਕਿਸਮ ਦੇ ਨਜ਼ਲਾ ਜ਼ੁਕਾਮ ਤੇ ਹੋਰ ਜਿਹੜੇ ਸਾਨੂੰ ਦਮਾ ਹੁੰਦਾ, ਹੋਰ ਸਾਰੀਆਂ ਬਿਮਾਰੀਆਂ, ਕੈਂਸਰ ਹੁੰਦਾ, ਉਹਨਾਂ ਦੇ ਨਾਲ ਜਿਉਂਦੇ ਰਹਿੰਦੇ ਆ, ਉਸ ਹਾਲ ਦੇ ਵਿੱਚ ਸਾਨੂੰ ਇਹਦੇ ਨਾਲ ਜੀਣਾ ਵੀ ਸਿੱਖਣਾ ਪਊਗਾ ਤੇ ਉਹਦੇ ਲਈ ਸਾਨੂੰ ਪ੍ਰੀਕਾਸ਼ਨਸ ਲੈਣੇ ਪੈਣਗੇ। ਤੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਸਰਕਾਰ ਦੀ ਕਹਿ ਰਿਹਾ ਕਿ ਜਿਹੜੇ ਆਮ ਜਨਤਾ ਵੱਲੋਂ ਕਈਆਂ ਕੋ ਕਿਹਾ ਜਾ ਰਿਹਾ ਕਿ ਇਹ ਚਾਲ ਹੈਗੀ ਹੈ ਨਾ, ਪਰ ਬੇਸ਼ੱਕ ਸਰਕਾਰ ਦੀ ਚਾਲ ਹੋਵੇ, ਬੇਸ਼ੱਕ ਨਾ ਹੋਵੇ, ਸਾਨੂੰ ਖੁੱਲ ਮਿਲੀ ਆ, ਨਾ ਮਿਲੇ ਖੁੱਲ ਤਾਂ ਵੀ ਜਿਹੜੇ ਅਸੀਂ ਰੂਲ ਆ ਕਰੋਨਾ ਨੂੰ ਲੈ ਕੇ ਉਹ ਫੋਲੋ ਕਰਨੇ ਹੀ ਕਰਨੇ ਆ, ਬੇਸ਼ੱਕ ਉਹ ਖੁੱਲ ਮਿਲੇ ਚਾਹੇ ਨਾ ਮਿਲੇ, ਹੈ ਨਾ। ਦੇਖੋ ਇਸ ਮਾਮਲੇ ਦੇ ਉੱਤੇ WHO ਨੇ ਬੜੀਆਂ ਸਾਫ਼ ਸੁਥਰੀਆਂ ਗੱਲਾਂ ਕੀਤੀਆਂ ਨੇ ਔਰ ਕਿਸੇ ਕਿਸਮ ਦਾ ਸਰਕਾਰੀ ਗੈਰ ਸਰਕਾਰੀ ਲੁਕੋ ਨਹੀਂ ਰੱਖਿਆ। ਸਰਕਾਰਾਂ ਉਹਨਾਂ ਤੱਕ ਜਿਸ ਵੇਲੇ ਪਹੁੰਚ ਕਰਦੀਆਂ ਨੇ, ਕੋਈ ਵਾਇਰਸ ਦਾ ਟੀਕਾ ਬਣਾਉਣ ਦੀ ਗੱਲ ਕਰਦੀਆਂ ਨੇ, ਉਹਦੇ ਤੇ ਵਿੱਚ ਵੀ ਉਹ ਦਖਲ ਦਿੰਦੇ ਨੇ। ਸਿਟੀਜ਼ਨਸ ਨੇ ਜਿਹੜੇ ਸਾਰੀ ਦੁਨੀਆ ਦੇ, ਉਹਨਾਂ ਲਈ ਵੀ ਵੱਖਰੀਆਂ ਪ੍ਰੀਕਾਸ਼ਨ ਜਿਹੜੀਆਂ ਨੇ ਉਹ ਦਿੰਦੇ ਨੇ ਔਰ ਇਹ ਵੀ ਦੱਸਦੇ ਨੇ ਵੀ ਕਮਿਊਨਿਟੀ ਦੇ ਵਿੱਚ ਜੇ ਇਹ ਫੈਲ ਜਾਂਦਾ, ਜਿਵੇਂ ਕਿ ਅਮਰੀਕਾ ਦੇ ਵਿੱਚ ਫੈਲਿਆ, ਕਿੰਨੀਆਂ ਵੱਡੀਆਂ ਮੌਤਾਂ ਹੋ ਗਈਆਂ ਨੇ, ਭਾਰਤ ਹਾਲੇ ਉਹਨਾਂ ਗੱਲਾਂ ਤੋਂ ਬਚਿਆ ਪਿਆ। ਤੇ ਜਿਸ ਵੇਲੇ ਅਸੀਂ ਖੁੱਲ੍ਹ ਦਿੱਤੀ ਹੈ, ਅਸੀਂ ਕੀ ਅਮਰੀਕਾ ਵਾਲੇ ਰਸਤੇ ਦੇ ਉੱਤੇ ਤਾਂ ਨਹੀਂ ਤੁਰਨ ਜਾਣ ਦੇ ਵਾਲੇ ਤੁਰ ਪਵਾਂਗੇ। ਕਾਰਨ ਇਹ ਹੈ ਕਿ ਸਾਡਾ ਨੰਬਰ ਹੁਣ 7ਵੇਂ ਤੇ ਆ ਗਿਆ। 7ਵੇਂ ਤੋਂ ਗਾਹਾਂ ਤੁਰਦੇ ਤੁਰਦੇ ਜੇ ਹਾਲਾਤ ਇਸ ਕਿਸਮ ਦੇ ਰਹੇ ਤੇ ਸਾਡੇ ਲਈ ਵੱਡੀ ਮਹਾਮਾਰੀ ਦਾ ਕਾਰਨ ਬਣ ਸਕਦੇ ਨੇ, ਤੇ ਉਹ ਤਦੇ ਇਹਨੂੰ ਕੰਟਰੋਲ ਕਰਨਾ ਸੰਭਵ ਹੈ ਜੇ ਅਸੀਂ ਆਪ ਸੁਚੇਤ ਹੋ ਕੇ ਇਹਦਾ ਟਾਕਰਾ ਕਰਾਂਗੇ। ਔਰ ਇਹ ਸਰਕਾਰ ਬੈਠੀ ਐਲਾਨ ਕਰ ਸਕਦੀ ਹੈ, ਸਰਕਾਰ ਬੈਠੀ ਸਹੂਲਤਾਂ ਦੇ ਸਕਦੀ ਹੈ, ਪ੍ਰਸ਼ਾਸਨ ਉਹਨਾਂ ਨੂੰ ਲਾਗੂ ਕਰਨ ਲਈ ਯਤਨ ਕਰ ਸਕਦਾ ਹੈ, ਪਰ ਜਿਸ ਬੰਦੇ ਨੂੰ ਤਕਲੀਫ ਹੈ ਉਸ ਨੂੰ ਆਪਣਾ ਇਲਾਜ ਤਾਂ ਆਪ ਹੀ ਕਰਨਾ ਪਏਗਾ, ਪਰਹੇਜ਼ ਕਰਨਾ ਹੀ ਪਏਗਾ, ਤਦੇ ਇਸ ਗੱਲ ਦੇ ਵਿੱਚ ਬਚਾਅ ਹੋਏਗਾ। ਜੀ ਤੇ ਸਰ ਤੁਸੀਂ ਸਹੂਲਤਾਂ ਦੀ ਗੱਲ ਕੀਤੀ ਕਿ ਸਰਕਾਰ ਵੱਲੋਂ ਸਹੂਲਤਾਂ ਜਿਹੜੀਆਂ ਉਹ ਮਤਲਬ ਜੇਕਰ ਸਰਕਾਰ ਸਹੂਲਤਾਂ ਦਿੰਦੀ ਹੈ ਤਾਂ ਇਨਸਾਨ ਟਿਕ ਕੇ ਜਿਹੜਾ ਬੈਠ ਜਾਂਦਾ ਹੈ ਨਾ, ਤੇ ਤੁਹਾਨੂੰ ਕੀ ਲੱਗਦਾ ਕਿ ਇਸ ਕੋਵਿਡ-19 ਦੇ ਦੌਰ ਦੇ ਦੌਰਾਨ ਜਿਹੜੀਆਂ ਸਹੂਲਤਾਂ ਆਮ ਜਨਤਾ ਨੂੰ ਚਾਹੀਦੀਆਂ ਸੀ ਇਸ ਸਮੇਂ ਦੇ ਦੌਰਾਨ, ਕੀ ਸਰਕਾਰ ਵੱਲੋਂ ਉਹ ਸਹੀ ਸਮੇਂ ਤੇ ਸਹੀ ਸਹੂਲਤਾਂ ਪ੍ਰੋਵਾਈਡ ਕਰਾਈਆਂ ਗਈਆਂ ਜਾਂ ਨਹੀਂ? ਬੜੀ ਸਿਆਸਤ ਹੋਈ ਇਸ ਮਾਮਲੇ ਦੇ ਉੱਤੇ, ਇੰਨੀ ਕੁ ਸਿਆਸਤ ਹੋਈ ਕਿ ਅਸੀਂ ਕਿੱਟਾਂ ਭੇਜ ਦਿੱਤੀਆਂ ਨੇ, ਸਰਕਾਰੇ ਦਰਬਾਰੇ ਅਗਾਂਹ ਨਹੀਂ ਪਹੁੰਚੀਆਂ, ਉਹਨਾਂ ਪਹੁੰਚੀਆਂ ਦੀ ਸਹੀ ਵੰਡ ਨਹੀਂ ਹੋਈ। ਸਰਕਾਰ ਇਸ ਗੱਲ ਬਾਰੇ ਉੱਪਰਲੀ ਵੀ ਥੱਲੇ ਵਾਲੀ ਵੀ ਚਿੰਤਤ ਹੋਈ, ਆਪੋ ਆਪਣੇ ਅੰਕੜੇ ਪੇਸ਼ ਕਰਨ ਦਾ ਯਤਨ ਹੋਇਆ, ਸਿਆਸੀ ਤੌਰ ਤੇ ਕਸ਼ਮਕਸ਼ ਵੀ ਹੋਈ, ਮੈਂ ਸਮਝਦਾ ਪਹਿਲਵਾਨਾਂ ਵਾਲੇ ਘੋਲ ਵੀ ਹੋਏ ਇਸ ਮਾਮਲੇ ਦੇ ਉੱਤੇ। ਪਰ ਆਮ ਲੋਕ ਇਸ ਗੱਲ ਦੇ ਉੱਤੇ ਫਿਕਰਮੰਦ ਹੋਏ ਭਈ ਸਰਕਾਰਾਂ ਨਾਲੋਂ ਵੀ ਵੱਧ NGOs ਤੇ ਧਾਰਮਿਕ ਸਥਾਨਾਂ ਨੇ ਲੋਕਾਂ ਲਈ ਖਾਣ ਪੀਣ ਦਾ ਔਰ ਇਹ ਜਿਹੜੀਆਂ ਕਿੱਟਾਂ ਵਾਲਾ ਮਸਲਾ ਸੀ ਇਸ ਮਾਮਲੇ ਦੇ ਉੱਤੇ ਬਹੁਤ ਸਹਿਯੋਗ ਦਿੱਤਾ ਜੀ। ਤੇ ਸਰਕਾਰ ਦੀਆਂ ਤਾਂ ਨਿਯਮਤ ਕੀਤੀਆਂ ਕੁਛ ਇੱਕ ਸਮੇਂ ਤੇ ਦੇਖੋ ਇੱਕ ਕਿੱਟ ਦੇ ਦਿੱਤੀ, ਉਹ ਕਿੰਨਾ ਸਮਾਂ ਚੱਲਣੀ ਸੀ, ਹਫ਼ਤਾ ਚੱਲ ਜਾਂਦੀ, 10 ਦਿਨ ਚੱਲ ਜਾਂਦੀ। ਪਰ ਕੁਝ ਲੋਕ ਇਹੋ ਜਿਹੇ ਨਿਤਰੇ ਮੈਦਾਨ ਦੇ ਵਿੱਚ ਦਾਨੀ ਸੱਜਣ ਜਿਨ੍ਹਾਂ ਨੇ ਨਿੱਠ ਕੇ ਉਹਨਾਂ ਲੋਕਾਂ ਦੀ ਬਾਹ ਫੜੀ ਜਿਹੜੇ ਪੀੜਤ ਸਨ। ਹੁਣ ਦੇਖੋ ਜਿਹੜੇ ਮਜ਼ਦੂਰ ਇਥੋਂ ਤੁਰ ਪਏ, ਸਰਕਾਰ ਨੇ ਉਹਨਾਂ ਦੇ ਜਾਣ ਦਾ ਕੁਝ ਹਾਲਤਾਂ ਵਿੱਚ ਪ੍ਰਬੰਧ ਕੀਤਾ, ਰੇਲਵੇ ਨੇ ਕਿਹਾ ਵੀ ਅਸੀਂ ਤਾਂ ਕਿਰਾਇਆ ਲਵਾਂਗੇ, ਉੱਪਰਲੀ ਸਰਕਾਰ ਨੇ ਕਿਹਾ ਕਿ ਥੱਲੇਲੀ ਸਰਕਾਰ ਉਹਨਾਂ ਦਾ ਕਿਰਾਇਆ ਦੇਵੇ, ਤੇ ਹੁਣ ਤਾਂ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਮਜ਼ਦੂਰ ਜਿਹੜਾ ਆਪਣੇ ਘਰ ਦੇ ਵਿੱਚ ਜਾਣਾ ਚਾਹੁੰਦਾ, ਜਿਹੜਾ ਦਹਿਸ਼ਤ ਦੇ ਮਾਹੌਲ ਦੇ ਵਿੱਚ ਬੁਰੀ ਤਰ੍ਹਾਂ ਪੀੜਤ ਹੋ ਰਿਹਾ, ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੀ ਗਿਣਤੀ 715 ਹੈ ਜਿਹੜੇ ਤੁਰੇ ਜਾਂਦਿਆਂ ਰਸਤਿਆਂ ਦੇ ਵਿੱਚ ਮਰ ਗਏ, ਕੋਈ ਐਕਸੀਡੈਂਟ ਦੇ ਵਿੱਚ ਮਰ ਗਿਆ, ਕੋਈ ਭੁੱਖ ਨਾਲ ਵੜ ਗਿਆ, ਕੋਈ ਹੋਰ ਬਿਮਾਰੀ ਨਾਲ ਮਰ ਗਿਆ, ਉਹਨਾਂ ਸਾਰਿਆਂ ਦਾ ਦੁੱਖ ਜਿਹੜਾ ਹੈ ਸਭ ਤੋਂ ਵੱਧ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਸਹਿਆ ਹੈ। ਤੇ ਉਹਨਾਂ ਲਈ ਵੀ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਵੀ ਇਹਨਾਂ ਦਾ ਕਿਰਾਇਆ ਭਾਈ ਜੇ ਬੱਸ ਦਾ ਹੋਵੇ ਤਦ ਵੀ,
ਜੇ ਗੱਡੀ ਦਾ ਹੋਵੇ ਤਦ ਵੀ ਉਹ ਸਰਕਾਰਾਂ ਸਹਿਣ। ਉਹ ਸਰਕਾਰ ਸਟੇਟ ਦੀ ਸਮਝੇ ਜਾਂ ਉੱਪਰਲੀ ਸਮਝੇ, ਸਰਕਾਰਾਂ ਤਾਂ ਭਾਈ ਲੋਕਾਂ ਲਈ ਇੱਕੋ ਹੀ ਨੇ ਤੇ ਪਰ ਆਰਥਿਕ ਤੌਰ ਤੇ ਕੇਸ ਨੇ ਇਸ ਗੱਲ ਦਾ ਪ੍ਰਬੰਧ ਕਰਨਾ ਇਹ ਦੇਖਣ ਵਾਲੀ ਗੱਲ ਹੈ। ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ ਭਈ ਆਪਣੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਕਰਜ਼ਾ ਲੈ ਕੇ ਉੱਥੋਂ ਦੀ ਸਰਕਾਰ ਨੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ। 7.5 ਲੱਖ ਰੁਪਈਆ ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਪਰਿਵਾਰ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਤੇ ਅਸੀਂ 500 ਰੁਪਈਆ ਪਾਇਆ। ਕਿੰਨੀ ਵੱਡੀ ਗੱਲ ਹੈ, ਜਿਹੜੀ ਸੋਚ ਦੀ ਫਰਕ ਦੀ ਗੱਲ ਹੈ। ਕਹਾਂਗੇ ਅਸੀਂ ਕਿ ਉੱਥੇ ਦੀ ਆਬਾਦੀ ਘੱਟ ਹੈ, ਇੱਥੇ ਦੀ ਆਬਾਦੀ ਬਹੁਤ ਆ, ਪਰ ਭਾਈ ਜੇ ਕਰਜ਼ਾ ਲੈ ਕੇ ਹੀ ਅਸੀਂ ਇਹ ਸਾਰਾ ਕਰ ਦੇਣਾ ਸੀ ਤੇ ਹੁਣ ਵੀ ਨਕਦੀ ਜਿਹੜੀ ਆ ਲੋਕਾਂ ਦੇ ਖਾਤਿਆਂ ਵਿੱਚ ਕਰਜ਼ਾ ਲੈ ਕੇ ਵੀ ਪਾ ਦੇਣੀ ਸੀ, ਕਿਉਂਕਿ ਲੋਕਾਂ ਦੇ ਉੱਤੇ ਹੀ ਉਹ ਕਰਜ਼ਾ ਪੈਣਾ। ਲੋਕਾਂ ਦੇ ਉੱਤੇ ਜੇ ਕਰਜ਼ਾ ਪੈਣਾ ਤੇ ਕਰਜ਼ਾ ਚੁੱਕ ਕੇ ਜੇ ਬੰਦਾ ਆਪਣੀ ਜ਼ਿੰਦਗੀ ਬਚਾ ਲੈਂਦਾ ਤੇ ਮੈਂ ਸਮਝਦਾ ਵੀ ਉਹਦੇ ਵਰਗੀ ਵੀ ਕੋਈ ਰੀਸ ਨਹੀਂ ਜੀ। ਤੇ ਸਰ ਅਸੀਂ ਆਪਣੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਾਡੇ ਨਾਲ ਕਾਲਰ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਹੈਲੋ ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ ਮੈਮ, ਮੇਰਾ ਇੱਕ ਕੁਐਸਚਨ ਸੀਗਾ। ਮੈਂ ਇੱਕ ਬੈਂਕਰ ਹਾਂ ਤੇ ਉੱਥੇ ਸਾਡੇ ਕੋਲ ਕਸਟਮਰ ਆਉਂਦੇ ਜਿਹੜੇ ਮਾਸਕ ਨਹੀਂ ਲਗਾਉਂਦੇ ਹੈਗੇ। ਉਹਨਾਂ ਨੂੰ ਜੇ ਕਹੋ ਕਿ ਤੁਸੀਂ ਮਾਸਕ ਲਗਾ ਲਓ, ਕਹਿ ਦਿੰਦੇ ਕਿ ਤੁਸੀਂ ਸਾਨੂੰ ਮਾਸਕ ਲਾਉਣ ਦੀ ਕੀ ਲੋੜ, ਮੈਡਮ ਸਾਨੂੰ ਕਰੋਨਾ ਨਹੀਂ ਹੋਇਆ। ਉਹਨਾਂ ਦੇ ਲੋਕਾਂ ਨੂੰ, ਐਵੇਂ ਦੇ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ? ਤੁਸੀਂ ਪਹਿਲਾਂ ਤਾਂ ਉਹਨਾਂ ਨੂੰ ਦੱਸੋ ਕਿ ਸਰਕਾਰ ਵੱਲੋਂ ਵੀ ਜਿਹੜਾ ਲਾਜ਼ਮੀ ਕੀਤਾ ਗਿਆ ਹੈ, ਜੇਕਰ ਤੁਸੀਂ ਮਾਸਕ ਨਹੀਂ ਲਗਾਉਂਦੇ ਤਾਂ ਜਿਹੜੇ ਫਾਈਨ ਆ, ਜਿੱਥੇ ਪਹਿਲਾਂ 200 ਸੀ ਹੁਣ ਉਹ 500 ਵਧਾ ਕੇ ਕਰ ਦਿੱਤਾ ਗਿਆ। ਤੇ ਜੇਕਰ ਉਹ ਫਿਰ ਵੀ ਤੁਹਾਡੀ ਗੱਲ ਨਹੀਂ ਮੰਨਦੇ ਤਾਂ ਜਿਹੜੀ ਸੇਵਾ ਦੇ ਲਈ ਉਹ ਬੈਂਕ ਦੇ ਵਿੱਚ ਆਏ ਨੇ ਉਹਨਾਂ ਨੂੰ ਮਨਾ ਕਰ ਦਿਓ ਕਿ ਅਸੀਂ ਤੁਹਾਡਾ ਕੰਮ ਤਾਂ ਹੀ ਕਰਨਾ ਜੇਕਰ ਤੁਸੀਂ ਮਾਸਕ ਪਾ ਕੇ ਆਓਗੇ, ਕਿਉਂਕਿ ਤੁਹਾਨੂੰ ਆਪਣੀ ਸੇਫਟੀ ਪਹਿਲਾਂ ਰੱਖਣੀ ਪੈਣੀ ਹੈ ਉਹਨਾਂ ਦੇ ਨਾਲੋਂ। ਦੇਖੋ, ਆਪਣੀ ਸੇਫਟੀ ਦੇ ਨਾਲ ਨਾਲ ਸਮਾਜ ਦੀ ਸੇਫਟੀ ਦੀ ਗੱਲ ਵੀ ਵੱਧ ਹੈ। ਬਿਲਕੁਲ। ਬੈਂਕਾਂ ਦੇ ਵਿੱਚ ਮੈਂ ਦੇਖਿਆ ਬਹੁਤ ਸਾਰੀਆਂ ਬੈਂਕਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਚੰਗੇ ਪ੍ਰਬੰਧ ਵੀ ਕੀਤੇ ਹੋਏ ਨੇ, ਪਰ ਬਹੁਤ ਸਾਰੀਆਂ ਬੈਂਕਾਂ ਦੇ ਬਾਹਰ ਵੱਡੀਆਂ ਲਾਈਨਾਂ ਜਿਹੜੀਆਂ ਗਰਮੀ ਦੇ ਵਿੱਚ ਲੱਗੀਆਂ ਨੇ ਔਰ ਉਹਨਾਂ ਦੇ ਬੈਠਣ ਦਾ ਠਹਿਰਨ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ। ਬਿਲਕੁਲ। ਬੈਂਕਾਂ ਜਿਹੜੀਆਂ ਲੋਕਾਂ ਦੇ ਪੈਸਿਆਂ ਦੇ ਨਾਲ ਚੱਲਦੀਆਂ ਨੇ, ਜੇ ਇਸ ਵੇਲੇ ਮਹਾਮਾਰੀ ਵਿੱਚ ਉਹਨਾਂ ਨੂੰ ਕੁਝ ਸੁਵਿਧਾਵਾਂ ਦੇਣ ਦੀ ਗੱਲ ਆਈ ਹੈ ਤੇ ਬੈਂਕਾਂ ਨੂੰ ਵੀ ਇਸ ਗੱਲ ਲਈ ਇਗਨੋਰ ਨਹੀਂ ਕਰਨਾ ਚਾਹੀਦਾ। ਮੈਂ ਸਮਝਦਾ ਵੀ ਜਿਹੜਾ ਮਾਸਕ ਪਹਿਨ ਕੇ ਨਹੀਂ ਆਉਂਦਾ, ਕੁਝ ਇੱਕ ਮਾਸਕ ਜਿਹੜੇ ਨੇ ਉੱਥੇ ਰੱਖ ਦਿੱਤੇ ਜਾਣੇ ਚਾਹੀਦੇ ਨੇ ਸਰਕਾਰੀ ਤੌਰ ਤੇ। ਜਿਵੇਂ ਸਰਕਾਰ ਨੇ ਵੀ ਕਿਹਾ ਵੀ ਅਨਾਜ ਵੀ ਦੇਵਾਂਗੇ, ਭਾਈ ਹੁਣ ਪੰਜਾਬ ਦੀ ਸਰਕਾਰ ਨੇ ਕਿਹਾ ਵੀ ਅਸੀਂ ਅਨਾਜ ਤਾਂ ਦੇਵਾਂਗੇ ਨਾਲ ਮਾਸਕ ਵੀ ਪ੍ਰੋਵਾਈਡ ਕਰਾਂਗੇ। ਤੇ ਜੇ ਬੈਂਕਾਂ ਵਾਲੇ ਆਪਣੇ ਕੋਲ ਮਾਸਕ ਰੱਖ ਲੈਣ, ਆਪਣੇ ਗਾਹਕਾਂ ਨੂੰ ਦੇ ਦੇਣ, ਤੇ ਮੈਂ ਸਮਝਦਾ ਵੀ ਕੋਈ ਮਾੜੀ ਗੱਲ ਨਹੀਂ ਹੋਏਗੀ। ਬੈਂਕਾਂ ਨੂੰ ਵੀ ਇਸ ਗੱਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਸ ਵੇਲੇ ਲੋਕ ਬਾਹਰ ਧੁੱਪ ਦੇ ਵਿੱਚ ਖੜੇ ਨੇ, ਬੜੇ ਪਰੇਸ਼ਾਨ ਹੋ ਰਹੇ ਨੇ, ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗਣ ਦਾ ਖਤਰਾ, ਕੋਈ ਡਿੱਗ ਵੀ ਸਕਦਾ, ਕਿਸੇ ਲਈ ਪਾਣੀ ਦਾ ਬਾਹਰ ਪ੍ਰਬੰਧ ਕੋਈ ਨਹੀਂ, ਤੇ ਜੇ ਅੰਦਰ ਉਹਨਾਂ ਨੂੰ ਲਿਜਾਣਾ ਤੇ ਅੰਦਰ ਬੈਠਣ ਦਾ ਉਹਨਾਂ ਦਾ ਸਹੀ ਪ੍ਰਬੰਧ ਹੋਵੇ। ਬਾਹਰ ਵੀ ਇਵੇਂ ਵੀ ਹੋ ਸਕਦਾ ਵੀ ਕੁਝ ਇੱਕ ਲੋਕਾਂ ਲਈ ਨਵੇਂ ਨਿਯਮ ਬਣਾ ਕੇ ਕਰਤਾ ਜਾਵੇ ਵੀ ਅਸੀਂ ਵਿਡਰਾਲ ਲਈ ਇੰਨੇ ਵਜੇ ਤਾਈਂ ਸੱਦਣਾ ਤੇ ਦੂਸਰੇ ਸਮੇਂ ਦੇ ਉੱਤੇ ਦੂਸਰੇ ਗਾਹਕਾਂ ਨੂੰ ਇਸ ਮਾਮਲੇ ਤੇ ਸੁਣਨਾ। ਤੇ ਫਿਰ ਵੀ ਜੇ ਮਾਸਕ ਪਾਉਣ ਲਈ ਤੁਹਾਡੀ ਇਹਨਾਂ ਕੋਸ਼ਿਸ਼ਾਂ ਦੇ ਨਹੀਂ ਤੁਹਾਡੀ ਗੱਲ ਸੁਣਦਾ ਤੇ ਮੈਂ ਸਮਝਦਾ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਲਈ ਤੁਹਾਨੂੰ ਹੀ ਕਹਿ ਦੇਣਾ ਚਾਹੀਦਾ। ਜੀ ਧੰਨਵਾਦ ਜੀ ਕਾਲ ਕਰਨ ਦੇ ਲਈ। ਸਰ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਮਾਸਕ ਉਹ ਕਹਿੰਦੇ ਕਿ ਅਸੀਂ ਨਹੀਂ ਪਾਉਣਾ ਕਿਉਂਕਿ ਸਾਨੂੰ ਕਰੋਨਾ ਨਹੀਂ ਹੈਗਾ, ਆਪਾਂ ਗੱਲ ਕਰ ਰਹੇ ਕਿ ਅਸੀਂ ਉੱਥੇ ਮਾਸਕ ਰੱਖ ਦਈਏ। ਜਦੋਂ ਮਾਸਕ ਪਾਉਣਾ ਹੀ ਨਹੀਂ ਚਾਹੁੰਦੇ ਤਾਂ ਫਿਰ ਉੱਥੇ ਰੱਖੇ ਮਾਸਕ ਨੂੰ ਵੀ ਉਹ ਕਿੱਦਾਂ ਪਾਉਣਗੇ? ਨਹੀਂ, ਗੱਲ ਸਿਰਫ ਇਹ ਨਹੀਂ ਹੈ ਕਿ ਮਤਲਬ ਮਾਸਕ ਅਗਲਾ ਪਾਉਣ ਤੋਂ ਇਨਕਾਰ ਹੀ ਕਰ ਦਊਗਾ। ਮੈਂ ਇਹੀ ਗੱਲ ਕੀਤੀ ਹੈ ਵੀ ਜੇ ਉਹ ਨਹੀਂ ਮੰਨਦਾ ਇਸ ਗੱਲ ਲਈ ਤੇ ਐਡਮਿਨਿਸਟ੍ਰੇਸ਼ਨ ਇਸ ਗੱਲ ਲਈ ਬੈਠੀ ਆ। ਜਿਸ ਵੇਲੇ ਅਸੀਂ ਕਹਿੰਦੇ ਆ ਵੀ 500 ਰੁਪਏ ਜੁਰਮਾਨਾ ਕਰਨਾ, ਪੁਲਿਸ ਪ੍ਰਸ਼ਾਸਨ ਨੂੰ ਦੱਸੋ ਵੀ ਭਾਈ ਖਤਰਾ ਇਸ ਕਿਸਮ ਦਾ ਹੈ, ਇਹ ਬੰਦਾ ਤਿਆਰ ਨਹੀਂ ਹੈ ਮਾਸਕ ਪਾਉਣ ਲਈ, ਤੇ ਆਪਣੇ ਆਪ ਚਲਾਨ ਹੋਏਗਾ ਤੇ ਮਾਸਕ ਪਾਉਣ ਲਈ ਅਗਲੇ ਨੂੰ ਵੀ ਸਾਹਮਣੇ ਆਉਣਾ ਪਏਗਾ। ਜੀ, ਤੇ ਚਾਹੀਦਾ ਤੇ ਇਹ ਨਾ ਤੇ ਜਿਹੜਾ ਸਿਕਿਉਰਿਟੀ ਗਾਰਡ ਹੈਗਾ ਪਹਿਲਾਂ ਉਹ ਐਂਟਰੀ ਤਾਂ ਕਰਨ ਦੇਵੇ ਜੇਕਰ ਮਾਸਕ ਪਾਇਆ ਹੋਇਆ। ਬਿਲਕੁਲ, ਐਂਟਰੀ ਮੈਂ ਬਹੁਤ ਸਾਰੀਆਂ ਬੈਂਕਾਂ ਵਿੱਚ ਜਾਣਾ, ਉਹਨਾਂ ਨੇ ਉਹ ਰੱਖਿਆ ਹੈ ਜਿਹਦੇ ਨਾਲ ਬੁਖਾਰ ਚੈੱਕ ਕਰਦੇ ਨੇ ਵੀ ਕਿੰਨਾ ਤੁਹਾਨੂੰ ਬੁਖਾਰ ਹੈ, ਤੇ ਸੈਨੀਟਾਈਜ਼ਰ ਵੀ ਰੱਖਿਓ ਨੇ। ਮਾਸਕ ਪਾਉਣ ਵਾਲੀ ਗੱਲ ਜਿਹੜੀ ਹੈ ਬਹੁਤ ਥਾਵਾਂ ਦੇ ਉੱਤੇ ਦੇਖਿਆ ਵੀ ਕੁਝ ਲੋਕ ਨਹੀਂ ਪਾਉਂਦੇ, ਪਰ ਇਸ ਗੱਲ ਲਈ ਪ੍ਰੇਰਿਤ ਕਰਨਾ ਚਾਹੀਦਾ ਆਪਣੇ ਗਾਹਕਾਂ ਨੂੰ, ਔਰ ਗਾਹਕਾਂ ਨੂੰ ਵੀ ਚਾਹੀਦਾ ਵੀ ਉਹ ਇਸ ਗੱਲ ਦਾ ਧਿਆਨ ਰੱਖਣ। ਬਿਲਕੁਲ ਸਰ, ਜਿਵੇਂ ਅਸੀਂ ਜਾਣਦੇ ਹਾਂ ਕਿ ਇਸ ਕੋਵਿਡ-19 ਦੇ ਦੌਰਾਨ ਬਹੁਤ ਸਾਰੇ ਕੰਮ ਜਿਹੜੇ ਬੰਦ ਪਏ ਸੀ, ਹੈ ਨਾ, ਬਹੁਤ ਸਾਰਾ ਨੁਕਸਾਨ ਵੀ ਹੋਇਆ। ਬੇਸ਼ੱਕ ਉਹ ਆਮ ਵਿਅਕਤੀ ਹੋਵੇ, ਬੇਸ਼ੱਕ ਉਹ ਦੁਕਾਨਾਂ ਵਾਲੇ ਹੋਣ ਜਾਂ ਫਿਰ ਵੱਡੇ ਜਿਹੜੇ ਉਦਯੋਗਪਤੀ ਉਹ ਹੋਣ, ਪਰ ਸਕੂਲਾਂ ਵੱਲੋਂ ਜਿਹੜਾ ਇੱਕ ਮਤਲਬ ਜਿਹੜਾ ਅੱਜ ਕੱਲ੍ਹ ਮਸਲਾ ਉੱਭਰ ਕੇ ਸਾਹਮਣੇ ਆ ਰਿਹਾ ਕਿ ਸਕੂਲਾਂ ਵੱਲੋਂ ਮੈਸੇਜ ਕੀਤੇ ਗਏ ਜਿਹੜੇ ਫੀਸ ਦੇ ਲਈ
ਕਿ ਅਸੀਂ ਜਿਹੜੀ ਕਹ ਲਓ ਕਿ ਫੀਸ ਆ ਉਹ 70% ਫੀਸ ਉਹ ਲੈ ਸਕਦੇ ਆ। ਹਾਈ ਕੋਰਟ ਨੇ ਵੀ ਉਹਨਾਂ ਨੂੰ ਜਿਹੜੇ ਆਰਡਰ ਦੇ ਦਿੱਤੇ ਸੀ ਤੇ ਉਸ ਤੋਂ ਬਾਅਦ ਜਿਹੜੇ ਮਾਪੇ ਆ ਉਹ ਬਹੁਤ ਪਰੇਸ਼ਾਨ ਹੋਏ ਕਿਉਂਕਿ ਕੰਮ ਸਾਰਿਆਂ ਦੇ ਬੰਦ ਸੀ, ਬੱਚੇ ਸਕੂਲ ਨਹੀਂ ਜਾ ਰਹੇ, ਫਿਰ ਵੀ ਜਿਹੜਾ ਸਕੂਲ ਦੀ ਫੀਸ ਦਾ ਭੁਗਤਾਨ ਹੈ ਉਹ ਕਰਨਾ ਪੈ ਰਿਹਾ ਹੈ ਨਾ। ਤੇ ਨਾਲ ਦੀ ਨਾਲ ਜਿਹੜੀ ਆਨਲਾਈਨ ਪੜ੍ਹਾਈ ਹੋ ਰਹੀ ਹੈ ਉਹਦੇ ਲਈ ਨਾ ਤਾਂ ਬੱਚਿਆਂ ਨੂੰ ਪੂਰੀ ਜਿਹੜੀ ਕਹ ਲਓ ਕਿ ਉਹਦੇ ਬਾਰੇ ਨੌਲੇਜ ਮਿਲ ਰਹੀ ਹੈ, ਪੇਰੈਂਟਸ ਟੀਚਰ ਵਾਂਗੂ ਪੜ੍ਹਾ ਨਹੀਂ ਸਕਦੇ, ਫਿਰ ਵੀ ਜਿਹੜਾ ਇਹ ਫੀਸਾਂ ਵਾਲਾ ਬੋਝ ਆ ਉਹ ਬੱਚਿਆਂ ਦੇ ਮਾਪਿਆਂ ਦੇ ਸਿਰ ਤੇ ਜਿਹੜਾ ਧੱਕੇ ਨਾਲ ਕਹ ਲਓ ਕਿ ਪਾਇਆ ਜਾ ਰਿਹਾ ਹੈ ਨਾ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਗੱਲ ਤਾਂ ਸਕੂਲਾਂ ਵਾਲਿਆਂ ਨੂੰ ਸਮਝਣੀ ਚਾਹੀਦੀ ਆ ਵੀ ਜੇ ਉਹਨਾਂ ਦੇ ਸਕੂਲ ਚੱਲਦੇ ਨੇ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੇ ਸਿਰ ਤੇ ਚੱਲਦੇ ਨੇ। ਬਿਲਕੁਲ। ਤੇ ਇੰਨੇ ਸਮੇਂ ਤੋਂ ਜੇ ਮਾਪੇ ਜਿਹੜੇ ਨੇ ਉਹਨਾਂ ਦੇ ਨਾਲ ਹੋ ਕੇ ਤੁਰਦੇ ਨੇ, ਵਿਦਿਆਰਥੀ ਉਹਨਾਂ ਦੇ ਸਕੂਲਾਂ ਵਿੱਚ ਆਉਂਦੇ ਨੇ ਤੇ ਇਸ ਮੌਕੇ ਤੇ ਜਿਸ ਵੇਲੇ ਮਾਪੇ ਸੰਕਟ ਵਿੱਚ ਨੇ ਤੇ ਇਸ ਕਿਸਮ ਦੀਆਂ ਛੋਟਾਂ ਦੇ ਦੇਣੀਆਂ ਚਾਹੀਦੀਆਂ ਕਿ ਫੀਸਾਂ ਜਿਹੜੀਆਂ ਨੇ ਕੁਝ ਸਮਾਂ ਬਾਅਦ ਲੈ ਲਈਆਂ ਜਾਣ ਜੀ। ਇੱਥੇ ਆਮ ਤੌਰ ਤੇ ਜਦੋਂ ਅਸੀਂ ਇਹ ਗੱਲ ਕਰੀਦੀ ਹੈ ਤਾਂ ਉਹ ਸਵਾਲ ਕਰ ਦਿੰਦੇ ਨੇ ਵੀ ਭਾਈ ਅਸੀਂ ਆਪਣੀਆਂ ਟੀਚਰਾਂ ਨੂੰ ਹੋਰ ਸਾਰਿਆਂ ਨੂੰ ਤਨਖਾਹਾਂ ਕਿਵੇਂ ਦੇਈਏ ਤੋਂ। ਪਰ ਇਸ ਮਾਮਲੇ ਦੇ ਉੱਤੇ ਦੇਖੋ, ਜਿਨ੍ਹਾਂ ਸਕੂਲਾਂ ਦੀ ਗੱਲ ਆਪਾਂ ਕਰਦੇ ਆਂ, ਪਬਲਿਕ ਸਕੂਲਾਂ ਦੀ ਗੱਲ ਕਰਦੇ ਆਂ ਜਾਂ ਮਾਡਲ ਸਕੂਲਾਂ ਵੱਡਿਆਂ ਦੀ ਗੱਲ ਕਰਦੇ ਆਂ, ਉਹਨਾਂ ਦੇ ਕੋਲ ਇੰਨੇ ਆਪਣੇ ਫੰਡਸ ਆਮ ਤੌਰ ਤੇ ਇਕੱਠੇ ਕੀਤੇ ਹੋਏ ਹੁੰਦੇ ਨੇ, ਐਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਨੇ, ਐਡੇ ਵੱਡੇ ਉਹਨਾਂ ਦੇ ਸਾਧਨ ਨੇ, ਐਡੇ ਵੱਡੇ ਉਹਨਾਂ ਨੇ ਵਹੀਕਲਸ ਰੱਖੇ ਹੋ ਨੇ, ਆਮਦਨ ਉਹਨਾਂ ਦੀ ਇਸ ਢੰਗ ਦੇ ਨਾਲ ਹੋ ਰਹੀ ਆ ਤੇ ਆਮ ਤੌਰ ਤੇ ਇਹ ਕਿਹਾ ਜਾਣ ਲੱਗ ਪਿਆ ਵੀ ਇਹ ਤਾਂ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਇਹ ਚਲਾਏ ਜਾ ਰਹੇ ਨੇ। ਤੇ ਜੇ ਬਿਜ਼ਨਸ ਦੇ ਵਿੱਚ ਕਿਸੇ ਵੇਲੇ ਕੋ ਘਾਟਾ ਪੈਣ ਦੀ ਗੱਲ ਵੀ ਆਉਂਦੀ ਆ, ਕਰਜ਼ਾ ਲੈ ਕੇ ਟੀਚਰਾਂ ਨੂੰ ਤਨਖਾਹਾਂ ਦੇਣ, ਨਾਲ ਦੀ ਨਾਲ ਇਹ ਵੀ ਹੋ ਸਕਦਾ ਵੀ ਸਰਕਾਰ ਨੂੰ ਇਸ ਗੱਲ ਲਈ ਕਹਿਣ ਵੀ ਭਾਈ ਸਾਡੇ ਕੋਲ ਉਹ ਸਕੂਲ ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਇਸ ਮਾਮਲੇ ਦੇ ਉੱਤੇ। ਪਰ ਮਾਪਿਆਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਣਾ ਮੈਂ ਸਮਝਦਾ ਬੜੀ ਗੈਰ ਮਨੁੱਖਤਾ ਵਾਲਾ ਕੰਮ ਹੈ। ਸਮਝਿਆ ਜਾਣਾ ਚਾਹੀਦਾ ਵੀ ਇਦਾਂ ਦੇ ਮੌਕੇ ਤੇ ਜਿਸ ਵੇਲੇ ਅਸੀਂ ਪੜ੍ਹਾਈ ਨਹੀਂ ਕਰਵਾ ਰਹੇ, ਜਿਸ ਵੇਲੇ ਅਸੀਂ ਮਤਲਬ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਸਾਧ ਹੀ ਨਹੀਂ ਰਹੇ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਵੀ ਕਈ ਸਕੂਲਾਂ ਨੇ ਟਿਊਸ਼ਨ ਫੀ ਦੇ ਨਾਲ ਬਿਲਡਿੰਗ ਫੀ ਦੇ ਦਿਓ ਜੀ, ਆ ਫਲਾਨਾ ਦੇ ਦਿਓ ਜੀ, ਜਿਹੜੀਆਂ ਬਹੁਤ ਸਾਰੀਆਂ ਫੀਸਾਂ ਦੀ ਗੱਲ ਕੀਤੀ ਹੋਈ ਆ ਉਹ ਸਾਡੇ ਸਾਹਮਣੇ ਆ ਰਹੀ ਆ ਤੇ ਇਹਦੇ ਨਾਲ ਸਕੂਲਾਂ ਦਾ ਇਮੇਜ ਜਿਹੜਾ ਹੈ ਬੜਾ ਖਰਾਬ ਹੋ ਰਿਹਾ। ਪਰ ਕੁਝ ਸਕੂਲਾਂ ਬੜੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ 2-2 ਮਹੀਨੇ ਦੀਆਂ ਫੀਸਾਂ ਜਿਹੜੀਆਂ ਨੇ ਮਾਫ ਕਰ ਦਿੱਤੀਆਂ ਨੇ ਔਰ ਪੇਰੈਂਟਸ ਨੂੰ ਕਿਹਾ ਵੀ ਭਾਈ ਸੌਖੇ ਹੋ ਕੇ ਜਿਸ ਵੇਲੇ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਉਸ ਵੇਲੇ ਜਮ੍ਹਾਂ ਕਰਾਓ। ਬਾਕੀਆਂ ਨੂੰ ਵੀ ਇਹ ਪਿਰਤ ਪਾ ਲੈਣੀ ਚਾਹੀਦੀ ਆ। ਇਸ ਗੱਲ ਲਈ ਮਾਪਿਆਂ ਨੂੰ ਇਸ ਗੱਲ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਵੀ ਉਹ ਸੜਕਾਂ ਤੇ ਆਉਣ, ਗੱਲਾਂ ਕਰਨ ਤੇ ਆਪਣਾ ਮਤਲਬ ਜਿਹੜਾ ਦੁੱਖ ਆ, ਦਰਦ ਆ ਉਹ ਐਡਮਿਨਿਸਟ੍ਰੇਸ਼ਨ ਤੱਕ ਲਿਆਉਣ ਜਾਂ ਮਾਪਿਆਂ ਜਿਹੜੇ ਸਕੂਲਾਂ ਵਾਲੇ ਨੇ ਉਹਨਾਂ ਤੱਕ ਆਪਣੀ ਗੱਲ ਇਹ ਪਹੁੰਚਦੀ ਕਰਨ। ਦੂਸਰੀ ਗੱਲ, ਆਨਲਾਈਨ ਪੜ੍ਹਾਈ ਦੀ ਗੱਲ, ਮੈਂ ਬੜਾ ਹੈਰਾਨ ਹੋ ਰਿਹਾ ਸੀ ਵੀ ਜਿਸ ਵੇਲੇ ਆਨਲਾਈਨ ਪੜ੍ਹਾਈ ਦੀ ਗੱਲ ਕਰਦੇ ਨੇ, ਛੋਟੇ ਬੱਚੇ ਨੇ ਉਹਨਾਂ ਨੂੰ ਆਨਲਾਈਨ ਪੜ੍ਹਾਈ WhatsApp ਦੇ ਉੱਤੇ ਇੱਕ ਲੈਸਨ ਦੇ ਦਿੱਤਾ ਜਾਂਦਾ, ਉਹ ਕਹਿਤਾ ਜਾਂਦਾ ਵੀ ਆਹ ਕੰਮ ਕਰਕੇ ਤੁਸੀਂ ਸਾਨੂੰ ਦਿਖਾਓ। ਇਹ ਤਾਂ ਇੱਕ ਕਿਸਮ ਦੀ ਗੱਲ ਇਹ ਆ ਵੀ ਮਾਪਿਆਂ ਨੂੰ ਇੱਕ ਆਰੇ ਲਾਤਾ ਗਿਆ ਆਪਣੇ ਗਲੋਂ ਲਾ ਕੇ ਵੀ ਭਾਈ ਆਹ ਲੋ ਕੰਮ ਤੁਸੀਂ ਆਪਣੇ ਬੱਚਿਆਂ ਨੂੰ ਕਰਾਈ ਜਾਓ। ਆਨਲਾਈਨ ਪੜ੍ਹਾਈ ਉਹਨਾਂ ਸਕੂਲਾਂ ਵਿੱਚ ਉਹਨਾਂ ਬੱਚਿਆਂ ਤੇ ਕਿਵੇਂ ਹੋ ਸਕਦੀ ਆ ਜਿਹੜੇ ਬਿਲਕੁਲ ਛੋਟੇ ਨੇ? ਸਕੂਲਾਂ ਵਿੱਚ ਜਾ ਕੇ ਬੱਚੇ ਕਲਾਸ ਵਿੱਚ ਟਿਕ ਕੇ ਨਹੀਂ ਬਹਿੰਦੇ ਤੇ ਉਹਨਾਂ ਨੂੰ ਤੁਸੀਂ ਫੋਨ ਦੇ ਸਾਹਮਣੇ ਬਿਠਾ ਦਿਓ। ਮੈਂ ਬਹੁਤ ਸਾਰੇ ਪਬਲਿਕ ਸਕੂਲਾਂ ਵਾਲਿਆਂ ਨੂੰ ਦੇਖਿਆ ਵੀ ਉਹ ਇੱਕ ਵੱਖਰਾ ਐਪ ਆ ਉਹਦੇ ਰਾਹੀਂ ਪੜ੍ਹਾਈ ਕਰਾਉਂਦੇ ਨੇ। ਬਹੁਤ ਸਾਰੇ ਸਕੂਲ ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਕੁਝ ਇੱਕ ਸਕੂਲ ਇਹੋ ਜਿਹੇ ਨੇ, ਪਰ ਬੱਚੇ ਜਿਸ ਵੇਲੇ ਸਾਹਮਣੇ ਉਹ ਲੈਕਚਰ ਲੈਂਦੇ ਨੇ 5ਵੀਂ 4ਥੀ ਤੀਜੀ ਕਲਾਸ ਦੇ ਬੱਚੇ ਤੇ ਉਹ ਟਿਕ ਕੇ ਬੈਠ ਹੀ ਨਹੀਂ ਸਕਦੇ। 4-4 ਘੰਟੇ ਉਹਨਾਂ ਨੂੰ ਲਗਾਤਾਰ ਕਲਾਸਾਂ ਦਿੱਤੀਆਂ ਜਾਂਦੀਆਂ, ਆਨਲਾਈਨ ਉਹਨਾਂ ਦੇ ਟੈਸਟ ਲੈਣ ਦੀ ਗੱਲ ਕੀਤੀ ਜਾਂਦੀ ਹੈ। ਪਰ ਨਾਲ ਦੀ ਨਾਲ ਜਿਹੜੇ ਛੋਟੇ 2-3 ਸਾਲ ਦੇ ਬੱਚੇ ਨੇ, ਨਰਸਰੀ ਦੇ ਬੱਚੇ ਨੇ, ਉਹਨਾਂ ਨੂੰ ਵੀ ਇਸ ਕਿਸਮ ਦੀ ਗੱਲ ਜਿਹੜੀ ਆ ਟੀਚਰਾਂ ਜਿਹੜੀਆਂ ਨੇ ਆਪਣਾ ਲੈਕਚਰ ਸੁਣਾਉਂਦੀਆਂ ਨੇ ਔਰ ਮੈਂ ਹੈਰਾਨ ਹੁੰਨਾ ਭਈ 40 ਮਿੰਟ ਦਾ ਲੈਕਚਰ ਉਹਨਾਂ ਲਈ ਨਿਯਤ ਕਰਤਾ ਜਾਂਦਾ ਤੇ ਬੱਚਾ ਜਿਹੜਾ 5 ਮਿੰਟ ਤੋਂ ਬਾਅਦ ਕਮਰੇ ਦੇ ਵਿੱਚ ਬੈਠਾ ਦੌੜਦਾ, ਜਾ ਕੇ ਕਦੇ ਪਾਣੀ ਪੀ ਆਉਂਦਾ, ਕਦੇ ਕੁਝ ਕਰਦਾ। ਇਸ ਕਿਸਮ ਦੀ ਆਨਲਾਈਨ ਪੜ੍ਹਾਈ ਦੀ ਕੀ ਲੋੜ ਆ? ਬਿਲਕੁਲ ਲੋੜ ਨਹੀਂ, ਕਿਉਂਕਿ ਇੱਕ ਗੱਲ ਸਮਝਣੀ ਚਾਹੀਦੀ ਆ, ਉਹ ਇਹ ਭਈ ਪੜ੍ਹਾਈ ਜਿਹੜੀ ਆ ਉਹ ਅਸੀਂ ਜੇ ਜਿਹੜਾ ਗਿਆਨ ਅੱਖਰਾਂ ਦਾ ਦੇ ਰਹੇ ਆ ਇਹ ਅਸੀਂ ਜ਼ਬਰਦਸਤੀ ਨਹੀਂ ਦੇ ਸਕਦੇ, ਇਹ ਪ੍ਰੇਰਿਤ ਕਰਕੇ ਦੇ ਸਕਦੇ ਆ, ਸਕਿੱਲ ਦੇ ਨਾਲ ਦੇ ਸਕਦੇ ਆ, ਢੰਗ ਦੇ ਨਾਲ ਦੇ ਸਕਦੇ ਆ। ਤੇ ਦੂਸਰੀ ਗੱਲ ਇਹ ਭਈ ਆਨਲਾਈਨ ਹੀ ਅਸੀਂ ਜੇ ਸਾਰਾ ਕੁਝ ਕਰਤਾ, ਕਾਰੋਬਾਰ ਵੀ ਕਰ ਦਿੱਤੇ, ਆਨਲਾਈਨ ਹੀ ਅਸੀਂ ਪੜ੍ਹਾਈ ਕਰ ਦਿੱਤੀ, ਲੋਕਾਂ ਦੇ ਵਿੱਚ ਜਾ ਕੇ ਵਿਚਰਨ ਦੀ ਗੱਲ ਹੀ ਨਾ ਹੋਈ ਤੇ ਸਾਡਾ ਸੋਸ਼ਲ ਸਰਕਲ ਇੰਨਾ ਟੁੱਟ ਜਾਏਗਾ, ਅਸੀਂ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਜਾਵਾਂਗੇ ਕਿ
ਆਉਣ ਵਾਲਾ ਸਮਾਂ ਜਿਹੜਾ ਹੈ ਸਾਡੇ ਲਈ ਬੜਾ ਘਾਤਕ ਹੋਏਗਾ। ਸੋ ਆਨਲਾਈਨ ਪੜ੍ਹਾਈ ਬਹੁਤੀ ਇਦਾਂ ਨਹੀਂ ਕਰਾਉਣੀ ਚਾਹੀਦੀ ਵੀ ਵੱਡਾ ਸਾਰਾ ਕੰਮ ਦੇ ਦਿਓ ਤੇ ਮਾਪੇ ਸਾਰੀ ਦਿਹਾੜੀ ਬੱਚਿਆਂ ਵਾਲੇ ਡਾਂਗ ਲੈ ਕੇ ਤੁਰੇ ਫਿਰਨ ਵੀ ਤੇਰੀ ਟੀਚਰ ਨੇ ਤੈਨੂੰ ਆਹ ਕੰਮ ਦਿੱਤਾ ਤੂੰ ਕਰਕੇ ਦਿਖਾਲ, ਐ ਕਰਕੇ ਦਿਖਾਲ, ਹੁਣੇ ਕਰਕੇ ਦਿਖਾਲ, ਅਸੀਂ ਉਹਦੀ ਫੋਟੋ ਖਿੱਚ ਕੇ ਭੇਜਣੀ ਆ, ਅਸੀਂ ਇਹਦਾ ਆਹ ਕਰਕੇ ਭੇਜਣਾ। ਇਹਦੇ ਨਾਲ ਬੱਚਾ ਮਾਨਸਿਕ ਤੌਰ ਤੇ ਪਰੇਸ਼ਾਨ 2 ਮਹੀਨੇ ਹੋਏ ਨੇ, ਥੋੜਾ ਵੱਧ ਸਮਾਂ ਹੋ ਗਿਆ, 2 ਮਹੀਨੇ 1.5 ਮਹੀਨਾ ਅੱਗੇ ਵੀ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਰਹੀਆਂ ਨੇ, ਹੁਣ ਵੀ ਉਹਨਾਂ ਨੂੰ ਇਸ ਢੰਗ ਦੇ ਨਾਲ ਰਹਿਣਾ ਚਾਹੀਦਾ। ਤੇ ਛੁੱਟੀਆਂ ਦੇ ਕੰਮ ਤੋਂ ਬਾਹਰ ਮੇਰੀ ਸਮਝ ਵਿੱਚ ਇਹ ਆ ਵੀ ਉੱਪਰਲੀ ਸਰਕਾਰ ਕੋਸ਼ਿਸ਼ ਕਰ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹ ਕਹਿੰਦੇ ਨੇ ਵੀ ਕਰੋਨਾ ਨਾਲ ਜਿਉਣਾ ਹੀ ਸਿੱਖਣਾ, ਅਸੀਂ ਸਕੂਲ ਖੋਲ ਦਿੱਤੇ ਜਾਣਗੇ, ਯੂਨੀਵਰਸਿਟੀਆਂ ਖੋਲ ਦਿੱਤੀਆਂ ਜਾਣਗੀਆਂ ਤੇ ਪੜ੍ਹਾਈ ਦਾ ਢੰਗ ਇਸ ਢੰਗ ਦਾ ਬਣਾ ਦਿੱਤਾ ਜਾਏਗਾ ਵੀ ਕੁਝ ਕਲਾਸਾਂ ਕੁਝ ਦਿਨਾਂ ਲਈ ਸੱਦ ਲਈਆਂ ਜਾਣਗੀਆਂ, ਕੁਝ ਸਟੂਡੈਂਟ ਕੁਝ ਦਿਨਾਂ ਲਈ ਸੱਦਦੇ ਜਾਣਗੇ, ਡਿਸਟੈਂਸ ਦੂਰੀ ਤੇ ਰੱਖ ਕੇ ਉਹਨਾਂ ਨੂੰ ਪੜ੍ਹਾਈ ਕਰਾਉਣ ਦਾ ਯਤਨ ਕੀਤਾ ਜਾਏਗਾ। ਸੋ ਮੇਰੀ ਸਮਝ ਵਿੱਚ ਆਨਲਾਈਨ ਪੜ੍ਹਾਈ ਇਸ ਸਮੱਸਿਆ ਦਾ ਹੱਲ ਨਹੀਂ ਹੈ। ਦੂਸਰੀ, ਪੇਰੈਂਟਸ ਨੂੰ ਸੌਖ ਦੇਣੀ ਚਾਹੀਦੀ ਹੈ ਸਕੂਲਾਂ ਵਾਲਿਆਂ ਨੂੰ, ਉਹਨਾਂ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਵੀ ਉਹ ਕਿਸੇ ਇਹੋ ਜਿਹੇ ਪਾਸੇ ਵੱਲ ਤੁਰਨ ਜਿਹਦੇ ਨਾਲ ਸਮਾਜਿਕ ਤੌਰ ਤੇ ਖਰਾਬੀ ਹੋਵੇ। ਔਰ ਦੂਸਰੀ ਗੱਲ ਇਹ ਵੀ ਪੇਰੈਂਟਸ ਦੇ ਤੇ ਸਕੂਲਾਂ ਵਾਲਿਆਂ ਦੇ ਸੰਬੰਧ ਤਾਂ ਬਹੁਤ ਗਰਮੈਸ਼ ਵਾਲੇ ਵਧੀਆ ਢੰਗ ਦੇ ਨਿੱਘੇ ਚਾਹੀਦੇ ਨੇ ਤੇ ਇਸ ਮਾਮਲੇ ਦੇ ਨਾਲ ਉਹਨਾਂ ਦਾ ਆਪਸ ਵਿੱਚ ਨਿੱਘੇ ਹੀ ਖਤਮ ਹੋ ਗਿਆ ਤੇ ਉਹ ਕਿਸਮ ਦੀ ਪੜ੍ਹਾਈ ਜਿਹੜੀ ਹੈ ਸਕੂਲਾਂ ਵਾਲੇ ਨਹੀਂ ਕਰਾ ਸਕਦੇ ਜੀ। ਤੇ ਸਰ ਜਦੋਂ ਸਕੂਲਾਂ ਵੱਲੋਂ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਨਾ, ਜਦੋਂ ਫੀਸਾਂ ਦਾ ਮੁੱਦਾ ਉੱਠਿਆ ਸੀ ਨਾ, ਹਾਈ ਕੋਰਟ ਨੇ ਕਹਿ ਦਿੱਤਾ ਕਿ 70% ਫੀਸ ਜਿਹੜੀ ਸਕੂਲ ਵਸੂਲ ਸਕਣਗੇ। ਉਸ ਤੋਂ ਬਾਅਦ ਜਿਹੜੇ ਪੇਰੈਂਟਸ ਵੱਲੋਂ ਜਿਹੜਾ ਇਕੱਠ ਕਰਕੇ ਹਾਈ ਕੋਰਟ ਦਾ ਰੁਖ ਕੀਤਾ ਗਿਆ, ਉਹਨਾਂ ਵੱਲੋਂ ਜਿਹੜੀ ਆਪਣੀ ਕੀ ਉਹਨਾਂ ਦਾ ਥਿੰਕਿੰਗ ਸੀ, ਉਹਨਾਂ ਨੇ ਕੀ ਆਪਣੇ ਜਿਹੜੇ ਮਤਲਬ ਵਿਚਾਰ ਰੱਖੇ ਆ, ਉਸ ਤੋਂ ਬਾਅਦ ਹਾਈ ਕੋਰਟ ਦਾ ਜਿਹੜਾ ਅੱਜ ਦਾ ਫੈਸਲਾ ਹੈਗਾ, ਉਹਨਾਂ ਨੇ ਕਿਹਾ ਕਿ ਜਿਹੜੇ ਨਿੱਜੀ ਸਕੂਲ ਨੇ ਵਿਦਿਆਰਥੀਆਂ ਤੋਂ ਜਬਰਨ ਫੀਸ ਨਹੀਂ ਵਸੂਲ ਸਕਣਗੇ, ਹੈ ਨਾ। ਨਾਲ ਦੀ ਨਾਲ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਵੀ ਬੱਚੇ ਨੂੰ ਸਿੱਖਿਆ ਦੇ ਅਧਿਕਾਰ ਤੋਂ ਅਸੀਂ ਵਾਂਝੇ ਨਹੀਂ ਰੱਖ ਸਕਦੇ ਅਤੇ ਨਾ ਹੀ ਫੀਸਾਂ ਮਿਲਣ ਦੇ ਕਾਰਨ ਜਿਹੜਾ ਕਿ ਸਕੂਲ ਹੈ ਉਹ ਬੱਚੇ ਨੂੰ ਕੱਢ ਸਕਦਾ। ਪਰ ਹਾਈ ਕੋਰਟ ਵੱਲੋਂ ਕਹਿ ਲਓ ਕਿ ਪੂਰੇ ਇੱਕ ਲਾਈਨ ਦੇ ਵਿੱਚ ਸਪਸ਼ਟ ਗੱਲ ਜਿਹੜੀ ਉਹ ਨਹੀਂ ਕੀਤੀ ਗਈ। ਇਸ ਜਿਹੜੀ ਉਹਨਾਂ ਨੇ ਜਿਹੜਾ ਅੱਜ ਦਾ ਸਾਡੇ ਮੂਹਰੇ ਜੋ ਰੱਖਿਆ ਆ, ਉਹਦੇ ਤੋਂ ਬਾਅਦ ਜੇਕਰ ਅਸੀਂ ਡੀਪਲੀ ਸੋਚੀਏ ਕਿ ਕੀ ਇਹ ਕਿਹਾ ਗਿਆ ਕਿ ਜਿਹੜੇ ਬੱਚੇ ਆ ਮਤਲਬ ਉਹ ਬਿਨਾਂ ਮਤਲਬ ਫੀਸ ਤੋਂ ਜਿਹੜੀ ਪੜ੍ਹਾਈ ਉਹ ਕਰ ਸਕਦੇ ਆ ਨਾ, ਤੁਸੀਂ ਬੱਚਿਆਂ ਦੇ ਪੇਰੈਂਟਸ ਨੂੰ ਜਿਹੜਾ ਮਜਬੂਰ ਨਹੀਂ ਕਰ ਸਕਦੇ। ਕਹਿ ਲਓ ਕਿ ਇੱਕ ਵਿਸਥਾਰ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਕੋਈ ਰਿਜ਼ਲਟ ਉਹ ਨਹੀਂ ਦਿੱਤਾ ਗਿਆ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਆਪਣੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੈਲੋ ਹਾਂਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਮੈਡਮ ਮੈਂ ਹੈਗਾ ਇੱਕ ਸਟੂਡੈਂਟ ਜੀ ਤੇ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਬਾਜ਼ਾਰ ਖੁੱਲ ਗਿਆ, ਬਾਜ਼ਾਰਾਂ ਵਿੱਚ ਜਾਂਦੇ ਆ, ਆਪਾਂ ਲੋਕਾਂ ਨੂੰ ਦੇਖਦੇ ਆ ਕਿ ਮੋਸਟਲੀ ਪੀਪਲ ਜਿਹੜੇ ਹੁੰਦੇ ਆ ਉਹਨਾਂ ਦੇ ਮੂੰਹ ਉੱਤੇ ਮਾਸਕ ਨਹੀਂ ਹੁੰਦੇ ਜੀ। ਤੇ ਕੀ ਲੋਕਾਂ ਦੇ ਵਿੱਚ ਕਰੋਨਾ ਦਾ ਡਰ ਖਤਮ ਹੋ ਗਿਆ ਹੈ? ਮਤਲਬ ਜ਼ਿਆਦਾਤਰ ਤਾਂ ਗੁਰਦੁਆਰਾ ਸਾਹਿਬ ਮੈਂ ਕਈਆਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਨਹੀਂ ਕਰੋਨਾ ਹੁੰਦਾ ਤੇ ਕੀ ਇੱਥੇ ਕਹਿ ਸਕਦੇ ਕਿ ਲੋਕਾਂ ਦੇ ਕਰੋਨਾ ਡਰ ਖਤਮ ਹੋ ਗਿਆ ਹੈ? ਮਤਲਬ ਕਹਿ ਤਾਂ ਅਸੀਂ ਇਹੀ ਸਕਦੇ ਕਿ ਲੋਕਾਂ ਦੇ ਵਿੱਚ ਜਿਹੜਾ ਕਰੋਨਾ ਦਾ ਡਰ ਉਹ ਖਤਮ ਹੋ ਗਿਆ। ਕਹਿ ਲਓ ਕਿ ਜਿੱਦਾਂ ਪਹਿਲਾਂ ਇੱਕਦਮ ਇਹਦਾ ਇੰਨੀ ਜ਼ਿਆਦਾ ਕੇਸ ਆਉਣ ਦੇ ਨਾਲ ਇੱਕ ਡਰ ਪੈਦਾ ਹੋਇਆ ਸੀ ਨਾ, ਜਦੋਂ ਸਾਨੂੰ ਖੁੱਲ੍ਹ ਮਿਲ ਗਈ ਹੈ, ਇੰਨੇ ਟਾਈਮ ਅਸੀਂ ਅੰਦਰ ਰਹੇ ਹਾਂ, ਉਸ ਤੋਂ ਬਾਅਦ ਸਾਨੂੰ ਬਹੁਤ ਸਮੇਂ ਬਾਅਦ ਜਿਹੜੀ ਖੁੱਲ੍ਹ ਮਿਲੀ ਆ, ਲੋਕਾਂ ਨੇ ਇਹਦਾ ਜਿਹੜਾ ਡਰ ਆ ਉਹ ਖਤਮ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਫਗਵਾੜੇ 'ਚ ਕੇਸ ਜਿਹੜੇ ਉਹ ਨਹੀਂ ਹੈਗੇ, ਹੈ ਨਾ। ਤੇ ਜੇਕਰ ਦੇਖਿਆ ਜਾਵੇ ਜਲੰਧਰ ਸਾਡੇ ਕਿੰਨਾ ਨੇੜੇ ਆ ਤਾਂ ਕਿੰਨੇ ਕੇਸ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਨੇ। ਇਹ ਜਿਹੜਾ ਕਰੋਨਾ ਆ ਜਿਹੜਾ ਵੁਹਾਨ ਤੋਂ ਹੁੰਦਾ ਹੋਇਆ ਇੱਥੇ ਤੱਕ ਪਹੁੰਚ ਗਿਆ, ਕੀ ਉਹ ਫਗਵਾੜੇ ਤੱਕ ਨਹੀਂ ਪਹੁੰਚ ਸਕਦਾ? ਜੇ ਸੋਚਣ ਵਾਲੀ ਗੱਲ ਹੈ, ਇਹ ਆਪੋ ਆਪਣੀ ਕਹਿ ਲਓ ਕਿ ਸੋਚ ਆ। ਇੱਥੇ ਅਸੀਂ ਇਹ ਕਹਿ ਸਕਦੇ ਕਿ ਉਹਨਾਂ ਦੀ ਸੋਚ ਸਹੀ ਨਹੀਂ ਹੈਗੀ। ਜਦ ਸਰਕਾਰ ਇੰਨਾ ਰੌਲਾ ਪਾ ਰਹੀ ਹੈ, ਪ੍ਰਸ਼ਾਸਨ ਇੰਨਾ ਰੌਲਾ ਪਾ ਰਿਹਾ, ਸਾਡੇ ਆਲੇ ਦੁਆਲੇ ਇੰਨੇ ਕੇਸ ਆ ਰਹੇ ਨੇ, ਜ਼ਰੂਰੀ ਕੀਤਾ ਗਿਆ ਕਿ ਜਿਹੜਾ ਮਾਸ ਆ ਉਹ ਜ਼ਰੂਰੀ ਪਾਉਣਾ ਆ। ਪਰ ਫਿਰ ਵੀ ਜੇਕਰ ਅਸੀਂ ਨਹੀਂ ਮੰਨਦੇ ਤਾਂ ਇਹ ਅਸੀਂ ਕਹਿ ਸਕਦੇ ਕਿ ਸਾਡੀ ਚੰਗੀ ਸੋਚ ਨਹੀਂ ਹੈਗੀ। ਬਿਲਕੁਲ ਇਸ ਢੰਗ ਦੇ ਨਾਲ ਲੈਣਾ ਚਾਹੀਦਾ ਇਸ ਨੂੰ। ਅਸੀਂ ਕਹਿਣਾ ਚਾਹੁੰਦਾ ਕਿ ਜਿਹੜਾ ਲੋਕਾਂ ਨੂੰ ਮਾਸਕ ਪਾਉਣਾ ਚਾਹੀਦਾ ਤੇ ਆਪਣੇ ਆਪ ਆਪਣੀ ਜਿਹੜੀ ਸੇਫਟੀ ਦੇਖਣੀ ਚਾਹੀਦੀ। ਬਿਲਕੁਲ ਜੀ, ਬਿਲਕੁਲ ਧੰਨਵਾਦ ਜੀ ਕਾਲ ਕਰਨ ਲਈ ਜੀ। ਤੇ ਤੁਸੀਂ ਦੇਖੋ ਵੀ ਇਹ ਆਮ ਹੀ ਦੇਖਣ ਚ ਆ ਰਿਹਾ। ਬੇਸ਼ੱਕ ਸਰਕਾਰ ਨੇ ਜਿਹੜੇ ਮਾਸਕ ਦੇ ਉੱਤੇ ਫਾਈਨ ਜੁਰਮਾਨਾ ਸ਼ੁਰੂ ਕੀਤਾ ਸੀ ਉਹ ਵੀ ਵਧਾ ਦਿੱਤਾ ਕਿ ਲੋਕਾਂ ਦੇ ਅੰਦਰ ਡਰ ਜਿਹੜਾ ਉਹ ਪੈਦਾ ਹੋ ਜਾਵੇ, ਪਰ ਮੈਨੂੰ ਲੱਗਦਾ ਕਿ ਉਹ ਵੀ ਡਰ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਮਤਲਬ ਮਹਿਸੂਸ ਹੀ ਨਹੀਂ ਹੋ ਰਿਹਾ। ਪਹਿਲਾਂ ਅਸੀਂ ਇਹ ਗੱਲ ਚੱਕੀ ਸੀ ਕਿ ਜਿਹੜਾ ਜੁਰਮਾਨੇ ਉਹ ਕਾਫੀ ਵਧਾ ਦਿੱਤੇ ਗਏ ਨੇ, ਹਨਾ, ਤੇ ਇਹ ਸਾਡੇ ਲਈ ਵਧਾਏ ਗਏ ਨੇ। ਜੇਕਰ ਤੁਸੀਂ ਜੁਰਮਾਨਾ ਮਿਲਣ ਦੇ ਬਾਵਜੂਦ ਤੁਹਾਨੂੰ ਜੁਰਮਾਨਾ ਹੋ ਰਿਹਾ ਤਾਂ ਵੀ ਤੁਸੀਂ ਆਪਣੇ ਅੰਦਰੋਂ ਇਹ ਡਰ ਕੱਢਿਆ ਹੋਇਆ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਤਾਂ ਫਿਰ ਅਸੀਂ ਇਹ ਕਹਿ ਸਕਦੇ ਕਿ ਚੰਗੀ ਇਨਸਾਨੀਅਤ ਦੀ ਨਿਸ਼ਾਨੀ ਨਹੀਂ ਹੈਗੀ।
ਨਹੀਂ ਦੇਖੋ, ਜਿਹੜੀਆਂ ਗੱਲਾਂ ਸਮਾਜ ਦੇ ਵਿੱਚ ਵਿਚਰਦੇ ਆ ਅਸੀਂ ਸਿੱਖਦੇ ਆ, ਔਰ ਜਿਹੜੀਆਂ ਗੱਲਾਂ ਦਾ ਸਾਨੂੰ ਡਰ ਆ ਉਸ ਨੂੰ ਉਸ ਢੰਗ ਦੇ ਨਜ਼ਰੀਏ ਦੇ ਨਾਲ ਲੈਣਾ ਚਾਹੀਦਾ ਜੀ। ਕਰੋਨਾ ਖਤਮ ਨਹੀਂ ਹੋਇਆ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਕਰੋਨਾ ਦਾ ਡਰ ਵੀ ਖਤਮ ਨਹੀਂ ਹੋਇਆ, ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ। ਕਰੋਨਾ ਦਾ ਇਲਾਜ ਕੋਈ ਨਹੀਂ, ਇਹ ਗੱਲ ਵੀ ਸਮਝਣੀ ਚਾਹੀਦੀ ਹੈ। ਤੇ ਕਰੋਨਾ ਦਾ ਹਾਲੇ ਤੱਕ ਕੋਈ ਟੀਕਾਕਰਨ ਬਣਾਉਣ ਵਾਲੀ ਗੱਲ ਵੀ ਹਾਲੇ ਨਹੀਂ ਹੋਈ। ਇਹ ਗੱਲ ਆਪਣੇ ਮਨ ਦੇ ਵਿੱਚ ਐਨ ਤੁਰਤਾਂ ਹੀ ਲੈ ਜਾਣੀ ਚਾਹੀਦੀ ਹੈ। ਤੇ ਹਾਲੇ 1 ਸਾਲ ਤੋਂ ਵੱਧ ਸਮਾਂ ਤੱਕ ਜੇ ਟੀਕਾਕਰਨ ਵਾਲੀ ਕੋਈ ਵੈਕਸੀਨੇਸ਼ਨ ਦੀ ਗੱਲ ਨਹੀਂ ਹੁੰਦੀ ਤੇ ਇੰਨੇ ਸਮੇਂ ਦੇ ਵਿੱਚ ਸਾਨੂੰ ਉਹ ਸੰਕੋਚ ਦੇ ਨਾਲ ਚੱਲਣ ਦੀ ਲੋੜ ਆ ਜਿਹਦੇ ਨਾਲ ਸਾਡਾ ਬਚਾਅ ਹੋ ਸਕੇ। ਤੋ ਗੱਲ ਤੁਸੀਂ ਕੀਤੀ ਸੀ ਪਹਿਲਾਂ ਹਾਈ ਕੋਰਟ ਦੇ ਆਰਡਰ ਦੀ, ਉਹ ਗੱਲ ਵਿੱਚੇ ਕਾਲਰ ਦੇ ਤੌਰ ਤੇ ਰਹਿ ਗਈ। ਉਹ ਇਹ ਸੀ ਕਿ ਹਾਈ ਕੋਰਟ ਨੇ ਇੱਕ ਗੱਲ ਤਾਂ ਕਹੀ ਆ ਕਿ ਮਜਬੂਰ ਨਹੀਂ ਕੀਤਾ ਜਾ ਸਕਦਾ ਪੇਰੈਂਟਸ ਨੂੰ ਇਸ ਗੱਲ ਦੇ ਲਈ ਵੀ ਉਹ ਫੀਸਾਂ ਜਿਹੜੀਆਂ ਨੇ ਲੈਣ ਨਾ ਲੈਣ, ਪਰ ਗੱਲ ਇਹ ਆ ਵੀ ਅਕਸਰ ਨੂੰ ਅਸੀਂ ਬੱਚਿਆਂ ਨੂੰ ਪੜਾਉਣਾ, ਸਕੂਲ ਚਲਾਉਣੇ ਨੇ ਤੇ ਫੀਸਾਂ ਸਾਨੂੰ ਦੇਣੀਆਂ ਪੈਣਗੀਆਂ। ਤੇ ਪੇਰੈਂਟਸ ਵੀ ਇਹ ਵੀ ਨਹੀਂ ਕਹਿੰਦੇ, ਪੇਰੈਂਟਸ ਵੀ ਇਹ ਗੱਲ ਦੀ ਮੰਗ ਨਹੀਂ ਕਰ ਰਹੇ। ਪੇਰੈਂਟਸ ਵੀ ਇਹ ਗੱਲ ਦੀ ਮੰਗ ਕਰ ਰਹੇ ਆ ਵੀ ਇਸ ਵੇਲੇ ਸਾਡੀ ਸਥਿਤੀ ਬੜੀ ਗੰਭੀਰ ਆ, ਇਸ ਹਾਲ ਦੇ ਵਿੱਚ ਛੂਟ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਦੂਸਰੀ ਗੱਲ ਆ ਵੀ ਸਿੱਖਿਆ ਦਾ ਅਧਿਕਾਰ ਸਾਰਿਆਂ ਲਈ ਹੈ ਇੱਕੋ ਜਿਹਾ, ਔਰ ਸਾਰਾ ਇਹ ਅਧਿਕਾਰ ਜਿਹੜਾ ਹੈ ਪੜ੍ਹਾਈ ਦਾ ਉਹ ਬੱਚਿਆਂ ਦੇ ਕੋਲ ਕਿਸੇ ਵੀ ਢੰਗ ਦੇ ਨਾਲ ਖੋਇਆ ਨਹੀਂ ਜਾ ਸਕਦਾ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ ਮੈਡਮ, ਮੇਰਾ ਤੁਹਾਡਾ ਮੈਂ ਹੁਣ ਇੱਕ ਨਜ਼ਰ ਦੇਖ ਰਿਹਾ ਜੀ, ਇਸ ਰਿਗਾਰਡਿੰਗ ਹੀ ਮੇਰਾ ਸਵਾਲ ਆ ਕਿ ਜਿਸ ਤਰ੍ਹਾਂ ਫੀਸਾਂ ਸਵਾਮੀ ਚੰਦਾਸ ਨੇ ਕਰ ਦਿੱਤੀਆਂ, ਹਾਂਜੀ 2 ਮਹੀਨੇ ਦੀ ਫੀਸ ਮਾਫ ਕੀਤੀ ਉਹਨਾਂ ਨੇ, ਤੇ ਉਹੀ ਹੁਣ ਸਾਡੇ ਬੱਚੇ ਪੜ੍ਹ ਰਹੇ ਆ ਹੋਰ ਸਕੂਲਾਂ ਵਿੱਚ। ਅਸੀਂ ਸੋਚ ਰਹੇ ਹਾਂ ਕਿ ਉਹਨਾਂ ਲਈ ਉਹਨਾਂ ਦੀ ਸ਼ਸ਼ੋਪੰਜ ਪਿਆ ਕਿ ਫੀਸ ਜਮ੍ਹਾਂ ਕਰਾਈਏ ਨਾ ਕਰਾਈਏ, ਕਾਫੀ ਕਨਫਿਊਜ਼ ਕੀਤਾ ਪਿਆ ਇਹ ਸਿਸਟਮ ਨੇ ਸਾਨੂੰ। ਕਾਫੀ ਆਗਰੇ ਤੋਂ ਮੈਂ ਕੈਂਬਰਿਜ ਦਾ ਮੈਸੇਜ ਦੇਖਿਆ ਕਿ ਉੱਥੇ ਵੀ ਫੀਸ ਮਾਫ ਹੋ ਗਈ ਆ ਜੀ। ਮਤਲਬ ਰੂਲ ਮੈਡਮ ਮੈਂ ਚਾਹਨਾ ਤੁਹਾਡੇ ਪ੍ਰੋਗਰਾਮ ਮਾਧਿਅਮ ਨਾਲ ਕਿ ਸਾਰਿਆਂ ਦੇ ਰੂਲ ਇੱਕ ਹੋ ਜਾਵੇ, ਇੱਕੋ ਹੀ ਹੋਣੇ ਚਾਹੀਦੇ ਆ। ਦੇਖੋ, ਹਰੇਕ ਸਕੂਲ ਦੀ ਆਪੋ ਆਪਣੀ ਮੈਨੇਜਮੈਂਟ ਹੈ, ਹਰੇਕ ਸਕੂਲ ਦੇ ਆਪੋ ਆਪਣੀਆਂ ਉਖਿਆਈਆਂ ਨੇ, ਆਪੋ ਆਪਣੀਆਂ ਸੁਵਿਧਾਵਾਂ ਦੇਣ ਦਾ ਢੰਗ ਤਰੀਕਾ ਹੈ। ਕੁਝ ਇੱਕ ਇਹੋ ਜਿਹੇ ਸਕੂਲ ਨੇ ਜਿਹੜੀਆਂ ਮੈਨੇਜਿੰਗ ਕਮੇਟੀਆਂ ਚਲਾਉਂਦੀਆਂ ਨੇ, ਕੁਝ ਇੱਕ ਇਹੋ ਜਿਹੇ ਸਕੂਲ ਨੇ ਜਿਹੜਾ ਇੱਕ ਬੰਦਾ ਪਰਸਨਲੀ ਉਹਨੂੰ ਚਲਾਉਂਦਾ, ਰਨ ਕਰਦਾ, ਭਾਵੇਂ ਕਮੇਟੀ ਕਿਸੇ ਢੰਗ ਦੀ ਬਣੀ ਹੋਵੇ। ਇਸ ਗੱਲ ਦੇ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਸਕੂਲ ਨੇ ਮਾਫ ਕਰ ਦਿੱਤਾ ਤੇ ਦੂਸਰੇ ਸਕੂਲ ਜਿਹੜੇ ਨੇ ਉਹ ਸਰਕਾਰ ਉਹਨਾਂ ਨੂੰ ਵੀ ਕਹਿ ਸਕਦੀ ਹੈ। ਅਸਲ ਵਿੱਚ ਤਾਂ ਅਸੀਂ ਇਸ ਫੋਰਮ ਤੋਂ ਅਪੀਲ ਕਰਦੇ ਹਾਂ ਸਾਰੇ ਸਕੂਲਾਂ ਨੂੰ ਕਿ ਉਹ ਮੈਨੇਜਮੈਂਟਾਂ ਨੂੰ ਕਿ ਉਹ ਪੇਰੈਂਟਸ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਔਰ ਉਹਨਾਂ ਨੂੰ ਇਸ ਕਿਸਮ ਦੀਆਂ ਸਹੂਲਤਾਂ ਦੇਣ ਜਿਹਦੇ ਨਾਲ ਉਹਨਾਂ ਨੂੰ ਔਖਿਆਈ ਨਾ ਹੋਵੇ। ਤੋ ਇਸ ਗੱਲ ਲਈ ਵੇਟ ਕਰਨੀ ਚਾਹੀਦੀ ਹੈ ਤੁਹਾਨੂੰ ਕਿ ਆਪਣੇ ਪ੍ਰਿੰਸੀਪਲਾਂ ਨਾਲ, ਆਪਣੀ ਮੈਨੇਜਮੈਂਟ ਨਾਲ, ਪੇਰੈਂਟਸ ਦੇ ਤੌਰ ਤੇ ਉਹਨਾਂ ਨੂੰ ਮਿਲੋ, ਉਹਨਾਂ ਨੂੰ ਆਪਣੀ ਦੁੱਖ ਤਕਲੀਫ ਦੱਸੋ। ਤੇ ਮੇਰੀ ਸਮਝ ਵਿੱਚ ਇਹ ਆ ਵੀ ਉਹ ਤੁਹਾਡੀ ਗੱਲ ਜ਼ਰੂਰ ਸੁਣਨਗੇ। ਬਹੁਤ ਸਾਰੇ ਥਾਵਾਂ ਤੇ ਇਸ ਕਿਸਮ ਦੀ ਗੱਲ ਸੁਣਾਉਣ ਦੀ ਗੱਲ ਵੀ ਹੋ ਰਹੀ ਹੈ। ਹਾਂਜੀ ਹਾਂਜੀ, ਕਿਉਂਕਿ ਸਰ ਜੀ ਕਰੋਨਾ ਦੀ ਮਾਰ ਦੇ ਨਾਲ ਕਾਫੀ ਕੰਮਾਂ-ਕਾਰਾਂ ਤੇ ਅਸਰ ਪੈ ਚੁੱਕਾ। ਇਹ ਗੱਲ ਅਸੀਂ ਕਹਿ ਰਹੇ ਹਾਂ ਜੀ ਵੀ ਆਰਥਿਕ ਤੌਰ ਤੇ ਬੰਦਾ ਜਿਹੜਾ ਖਾਸ ਤੌਰ ਤੇ ਪੀੜਤ ਹੋਇਆ ਹੀ ਆ, ਮੱਧ ਵਰਗ ਦੇ ਲੋਕ ਵੀ ਖਾਸ ਤੌਰ ਤੇ ਇਸ ਗੱਲ ਤੋਂ ਬਹੁਤ ਪੀੜਤ ਹੋਏ ਨੇ। ਆਮਦਨ ਦੇ ਸਾਧਨ ਕੋਈ ਨਹੀਂ ਰਹੇ, ਨੌਕਰੀਆਂ ਛੁੱਟ ਗਈਆਂ ਨੇ, ਬੇਰੁਜ਼ਗਾਰੀ ਨੇ ਉਹਨਾਂ ਦਾ ਇਸ ਢੰਗ ਦੇ ਨਾਲ ਕਰ ਦਿੱਤਾ ਕਿ ਖਾਣ ਪੀਣ ਲਈ ਉਹਨਾਂ ਕੋਲ ਸਾਧਨ ਦੀ ਕਮੀ ਹੋ ਗਈ ਆ। ਬੱਚਿਆਂ ਦੀ ਪੜ੍ਹਾਈ ਫੀਸ ਦੇਣ ਦੀ ਜਾਂ ਕਾਪੀਆਂ ਖਰੀਦਣ ਦੀ ਜਾਂ ਹੋਰ ਗੱਲ ਦੀ ਸਮਰੱਥਾ ਉਹਨਾਂ ਦੇ ਕੋਲ ਨਹੀਂ ਰਹੀ। ਤੋ ਇਸ ਮਾਮਲੇ ਦੇ ਵਿੱਚ ਸਕੂਲਾਂ ਨੂੰ ਪੋਜ਼ਿਟਿਵ ਥਿੰਕਿੰਗ ਦੇ ਨਾਲ, ਚੰਗੀ ਸੋਚ ਦੇ ਨਾਲ ਅੱਗੇ ਆਉਣਾ ਚਾਹੀਦਾ। ਤੇ ਮੈਂ ਸਮਝਦਾ ਵੀ ਇਸ ਮਾਮਲੇ ਦੇ ਉੱਤੇ ਚੰਗੀ ਸੋਚ ਵਾਲੇ ਜਿਹੜੇ ਆਪਣੇ ਪੇਰੈਂਟਸ ਨੇ ਉਹ ਮੈਨੇਜਮੈਂਟ ਨਾਲ ਗੱਲ ਕਰਕੇ ਇਹਦਾ ਹੱਲ ਕਰ ਸਕਦੇ ਨੇ। ਜੀ ਧੰਨਵਾਦ ਜੀ ਕਾਲ ਕਰਨ ਦੇ ਲਈ। ਜੀ ਸਰ, ਅਸੀਂ ਜਿਹੜਾ ਸਕੂਲਾਂ ਬਾਰੇ ਗੱਲ ਕਰ ਰਹੇ ਨਾ, ਉਸੇ ਤਰ੍ਹਾਂ ਜਿਹੜੇ 1-2 ਦਿਨਾਂ ਦੇ ਵਿੱਚ ਜਦੋਂ ਚਲਾਨਾਂ ਦੇ ਰੇਟ ਵਧਾਏ ਗਏ ਸੀ, ਮਤਲਬ ਗੱਲ ਪੈਸੇ ਦੀ ਅਸੀਂ ਕਰ ਰਹੇ ਹਾਂ ਕਿ ਚਲਾਨਾਂ ਦੇ ਰੇਟ ਜਿਹੜੇ ਵਧਾ ਦਿੱਤੇ ਗਏ ਹਨਾ, ਤੇ ਹੁਣ ਚਲਾਨਾਂ ਦੇ ਰਾਹੀਂ ਜਿਹੜਾ 600 ਕਰੋੜ ਰੁਪਏ ਵਧੇਰੇ ਕਮਾਉਣ ਦੀ ਫਰਾਕ ਵਿੱਚ ਪੰਜਾਬ ਸਰਕਾਰ, ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਜਾਣਬੁੱਝ ਕੇ ਜਿਹੜੇ ਚਲਾਨ ਉਹ ਕੱਟੇ ਜਾ ਰਹੇ ਨੇ, ਜਾਂ ਫਿਰ ਜਨਤਾ ਨੂੰ ਡਰਾਉਣ ਦੇ ਲਈ, ਜਾਂ ਫਿਰ ਜਿਹੜੀ ਕਹਿ ਲਓ ਕਿ ਪੰਜਾਬ ਪੁਲਿਸ ਆ ਉਹ ਪੰਜਾਬ ਸਰਕਾਰ ਦੇ ਲਈ ਇੱਕ ਕਮਾਊ ਪੁੱਤ ਦੇ ਵਾਂਗੂ ਉੱਭਰ ਕੇ ਬਾਹਰ ਆ ਰਹੀ ਹੈ। ਕੀ ਕਾਰਨ ਹੈਗਾ ਇਹਦਾ? ਦੇਖੋ ਇੱਕ ਗੱਲ ਤਾਂ ਆਪਾਂ ਕਹਿੰਦੇ ਆ ਵੀ ਆਪਣੇ ਚਲਾਨ ਕੱਟਣ ਦੀ ਗੱਲ ਜਿਸ ਵੇਲੇ ਮਾਸਕ ਪਾਉਣ ਦੀ ਗੱਲ ਆਉਂਦੀ ਹੈ, ਆਪਾਂ ਤਾਂ ਕਹਿੰਦੇ ਵੀ ਮਾਸਕ ਪਾਓ ਜੀ,
ਲੋਕ ਜੇ ਇਸ ਗੱਲ ਨੂੰ ਨਹੀਂ ਮੰਨਦੇ, ਇੱਕ ਸਰਕਾਰੀ ਨਿਯਮ ਹੈ, ਇੱਕ ਹੁਕਮ ਹੈ ਵੀ ਜੇ ਅਸੀਂ ਕਮਿਊਨਿਟੀ ਦੇ ਵਿੱਚ ਇਸ ਫੈਲਾਅ ਨੂੰ ਰੋਕਣਾ ਆ ਤੇ ਸਾਨੂੰ ਪ੍ਰੀਕਾਸ਼ਨਸ ਲੈਣੇ ਪੈਣਗੇ, ਦੂਰੀ ਬਣਾਉਣ ਦੇ ਵੀ, ਸਾਬਣ ਨਾਲ ਹੱਥ ਧੋਣ ਦੇ ਵੀ, ਮਾਸਕ ਪਾਉਣ ਦੇ ਵੀ। ਬਿਲਕੁਲ। ਤੇ ਜਿਸ ਵੇਲੇ ਕਿਸੇ ਨੂੰ ਕਰੋਨਾ ਹੋ ਜਾਂਦਾ, ਉਸ ਵੇਲੇ ਜਿਹੜਾ ਖਰਚਾ ਚੁੱਕਣ ਦੀ ਗੱਲ ਜਾਂ ਜਿਹੜੀ ਔਖਿਆਈ ਵਾਲੀ ਗੱਲ ਹੈ ਉਹ ਸਰਕਾਰ ਦੇ ਜ਼ਿੰਮੇ ਆ ਜਾਂਦੀ ਹੈ। ਅਸੀਂ ਸਰਕਾਰ ਨੂੰ ਇਸ ਗੱਲ ਦੀ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਆ। ਤੇ ਜੇ ਹੁਣ ਸਰਕਾਰ ਥੋੜੀ ਸਖਤੀ ਕਰਨ ਦੇ ਰੌਂ ਦੇ ਵਿੱਚ ਆਈ ਆ ਤੇ ਉਹਦੇ ਵਿੱਚ ਜੇ ਉਹ ਪੈਸੇ ਕਮਾ ਲਏਗੀ ਤੇ ਉਹਨੇ ਖਰਚਾ ਵੀ ਕਰਨਾ। ਵੈਸੇ ਇਹ ਆ ਵੀ ਪਿਛਲੇ ਦਿਨਾਂ ਦੇ ਵਿੱਚ ਕੋਵਿਡ-19 ਵਾਲੇ ਮਾਮਲੇ ਦੇ ਉੱਤੇ ਟੈਕਸ ਵੀ ਲਾਤਾ, ਸ਼ਰਾਬ ਦੇ ਉੱਤੇ ਕੋਵਿਡ ਟੈਕਸ 50 ਰੁਪਏ ਬੋਤਲ ਦੇ ਉੱਤੇ। ਉਹ ਵੀ ਕਿਹਾ ਜਾ ਰਿਹਾ ਵੀ ਦੇਖੋ ਬਈ ਸ਼ਰਾਬੀਆਂ ਨੂੰ ਤਾਂ ਹੋਰ ਔਖੇ ਕਰ ਦਿੱਤਾ। ਗੱਲ ਇਹ ਆ ਵੀ ਸਰਕਾਰ ਦਾ ਐਕਸਾਈਜ਼ ਡਿਊਟੀ ਦੇ ਰਾਹੀਂ ਕਿਹਾ ਜਾਣ ਲੱਗ ਪਿਆ ਵੀ ਪੰਜਾਬ ਦੀ ਸਰਕਾਰ ਦੀ ਵੱਡੀ ਇਨਕਮ ਜਿਹੜੀ ਹੈ ਉਹ ਸ਼ਰਾਬ ਦੇ ਠੇਕਿਆਂ ਤੋਂ ਹੁੰਦੀ ਆ ਜੀ, ਕਿਉਂਕਿ ਬਹੁਤ ਸਾਰੇ ਹੋਰ ਬਿਜ਼ਨਸ ਤਾਂ ਹੁਣ ਲਗਭਗ ਬੰਦ ਹੋ ਗਏ ਨੇ। ਫੈਕਟਰੀਆਂ, ਦੂਸਰੇ ਤੀਸਰੇ ਹੋਰ ਰਜਿਸਟਰੀਆਂ ਦੀ ਗੱਲ ਜੇ ਤੋਂ ਪੈਸੇ ਆਉਂਦੇ ਨੇ ਉਹ ਵੀ ਬੰਦ ਹੋ ਗਏ ਨੇ। ਤੇ ਸਰਕਾਰ ਨੇ ਜਿਸ ਵੇਲੇ ਸਰਕਾਰ ਚਲਾਉਣੀ ਆ ਤੇ ਇਕੱਲਾ ਕਰਜ਼ਾ ਲੈ ਕੇ ਵੀ ਨਹੀਂ ਸਰਕਾਰ ਚੱਲਣੀ, ਤੇ ਕਰਜ਼ਾ ਲੈਣ ਲਈ ਵੀ ਬਹੁਤ ਸਾਰੀਆਂ ਕੰਡੀਸ਼ਨ ਸਾਹਮਣੇ ਆ ਰਹੀਆਂ ਕੇਂਦਰ ਸਰਕਾਰ ਵੱਲੋਂ ਵੀ ਜੇ ਕਰਜ਼ਾ ਮਾਫ ਕਰਨਾ ਭਾਈ ਫਿਰ ਕਿਸਾਨਾਂ ਦੀ ਆਹ ਜਿਹੜੀ ਤੁਸੀਂ ਬਿਜਲੀ ਦੇ ਬਿੱਲ ਆ ਉਹ ਮਾਫ ਕੀਤੇ ਉਹਨਾਂ ਨੂੰ ਲਾਓ, ਅਸੀਂ ਤਾਂ ਤੁਹਾਨੂੰ ਹੋਰ ਕਰਜ਼ਾ ਦੇਵਾਂਗੇ। ਸੋ ਇਹਨਾਂ ਕੰਡੀਸ਼ਨ ਦੇ ਤਹਿਤ ਪੰਜਾਬ ਦੀ ਸਰਕਾਰ ਨੂੰ ਵੀ ਯਤਨ ਕਰਨਾ ਪੈ ਰਿਹਾ ਵੀ ਹੋਰ ਆਮਦਨ ਦੇ ਸਾਧਨ ਜਿਹੜੇ ਕ੍ਰੀਏਟ ਕੀਤੇ ਜਾਣ। ਬਿਲਕੁਲ। ਤੇ ਇੱਕ ਇਹ ਸਾਧਨ ਉਹਨਾਂ ਦੇ ਕੋਲ ਬੜਾ ਅੱਛਾ ਉਹਨਾਂ ਨੂੰ ਮੌਕਾ ਮਿਲਿਆ, ਤੇ ਜੇ ਪੁਲਿਸ ਦੇ ਰਾਹੀਂ ਭਾਈ ਉਹ ਪੈਸੇ ਇਕੱਠੇ ਕਰਦੇ ਨੇ ਤੇ ਇਹਨੂੰ ਇਸ ਢੰਗ ਦੇ ਨਾਲ ਨਹੀਂ ਲੈਣਾ ਚਾਹੀਦਾ। ਪਰ ਕਿਤੇ ਕਿਤੇ ਇਹ ਵੀ ਹੋਏਗਾ ਵੀ ਜਿਸ ਵੇਲੇ 500 ਰੁਪਏ ਦੀ ਰਸੀਦ ਕੱਟਣੀ ਆ ਤੇ ਕਿਸੇ ਵੇਲੇ ਸਮਝੌਤਾ ਵਿੱਚ ਵਿਚਾਲੇ ਹੋ ਜਾਵੇ ਤਾਂ 200 ਰੁਪਏ ਦੇ ਵਿੱਚ ਹੀ ਹੋ ਕੇ ਛੱਡਤਾ ਜਾਵੇ। ਇਹ ਗੱਲ ਨਾ ਕੀਤੀ ਜਾਏ, ਸਗੋਂ ਜੇ ਸੱਚੀ ਮੁੱਚੀ ਪੰਜਾਬ ਦੀ ਸਰਕਾਰ ਇਸ ਮਾਮਲੇ ਤੇ ਸੁਹਿਰਦ ਹੈ ਤੇ ਉਸ ਵੇਲੇ ਯਤਨ ਕਰਨਾ ਚਾਹੀਦਾ ਵੀ ਇਹ ਬਿਲਕੁਲ ਇਨਵੇਨ ਇਸ ਫੈਸਲੇ ਨੂੰ ਲਾਗੂ ਕਰਤਾ ਜਾਏ। ਠੀਕ ਹੈ ਵੀ ਇੱਕ ਆਮਦਨ ਦਾ ਸਾਧਨ ਤਾਂ ਇਹ ਬਣੇਗਾ, ਪਰ ਨਾਲ ਦੀ ਨਾਲ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਦੇਣੀਆਂ ਨੇ, ਸਰਕਾਰ ਦੇ ਖਰਚੇ ਚੱਕਣੇ ਨੇ, ਉਹਦੇ ਵਿੱਚ ਵੀ ਇਹ ਗੱਲ ਸਹਾਈ ਹੋਏਗੀ। ਪਰ ਇਸ ਗੱਲ ਲਈ ਇਹ ਨਾ ਹੋ ਜਾਏ ਵੀ ਪੰਜਾਬ ਦੀ ਸਰਕਾਰ ਇਸ ਗੱਲ ਦੇ ਬਦਨਾਮ ਹੋ ਜਾਏ ਵੀ ਸ਼ਰਾਬ ਤੋਂ ਤੇ ਮੁੜ ਕੇ ਹੁਣ ਕਰੋਨਾ ਤੋਂ ਹੀ ਇਹਨਾਂ ਦੀ ਕਮਾਈ ਰਹਿ ਗਈ ਆ, ਹੋਰ ਕੋਈ ਇਹਨਾਂ ਦੇ ਪੱਲੇ ਹੀ ਨਹੀਂ ਰਿਹਾ ਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ ਸ਼ਰਾਬ ਤੇ ਕਰੋਨਾ ਟੈਕਸ ਲਗਾਇਆ ਗਿਆ ਹੈ ਨਾ, ਤੁਸੀਂ ਇਹ ਦੇਖੋ ਜਦੋਂ ਸਾਡੀ ਸਰਕਾਰ ਬਣਨੀ ਹੁੰਦੀ ਹੈ ਉਦੋਂ ਇਹ ਬੜੀਆਂ ਖਬਰਾਂ ਆਉਂਦੀਆਂ ਕਿ ਇਸ ਸਰਕਾਰ ਨੇ ਜਨਤਾ ਨੂੰ, ਆਮ ਜਨਤਾ ਨੂੰ ਕਹਿ ਲਓ ਕਿ ਸ਼ਰਾਬ ਦਾ ਲਾਲਚ ਦੇ ਕੇ ਵੋਟਾਂ ਪਵਾਈਆਂ ਹੈ ਨਾ, ਇਹ ਗੱਲ ਸਾਹਮਣੇ ਆਉਂਦੀ ਹੈ। ਹੁਣ ਤੁਸੀਂ ਦੇਖੋ ਸਰਕਾਰ ਬਣੀ ਹੋਈ ਹੈ ਤੇ ਫਿਰ ਵੀ ਸਰਕਾਰ ਇਹ ਕਹਿ ਰਹੀ ਹੈ ਕਿ ਸਾਨੂੰ ਇਧਰੋਂ ਫਾਇਦਾ ਜ਼ਿਆਦਾ ਹੁੰਦਾ ਸ਼ਰਾਬ ਵਾਲੀ ਸਾਈਡ ਤੋਂ, ਹੈ ਨਾ। ਤੇ ਇਹ ਇੱਕ ਕਹਿ ਲਓ ਕਿ ਚੰਗਾ ਮੈਸੇਜ ਨੌਜਵਾਨ ਪੀੜ੍ਹੀ 'ਚ ਜਾ ਰਿਹਾ। ਦੇਖੋ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਸ਼ਰਾਬ ਨੂੰ ਤਾਂ ਹੁਣ ਨਸ਼ਾ ਗਿਣਨ ਵਾਲੀ ਗੱਲ ਜਿਹੜੀ ਆ ਕੁਝ ਲੋਕ ਕਹਿਣੋਂ ਹੀ ਹਟ ਗਏ ਵੀ ਇਹ ਨਸ਼ਾ ਆ ਜੀ। ਪਰ ਨਸ਼ਿਆਂ ਨੇ ਪੰਜਾਬ ਜਿਹੜਾ ਆ ਉਹ ਤਬਾਹ ਕਰ ਦਿੱਤਾ। ਬਿਲਕੁਲ। 5 ਦਰਿਆਵਾਂ ਦੀ ਧਰਤੀ 2.5 ਦਰਿਆਵਾਂ ਤੱਕ ਰਹਿ ਗਈ ਤੇ 2.5 ਦਰਿਆਵਾਂ ਦੇ ਵਿੱਚ 2.5 ਜਿਹੜੇ ਨੇ ਨਸ਼ਿਆਂ ਦੇ ਦਰਿਆ ਜਿਹੜੇ ਨੇ ਬਹਿਣੇ ਸ਼ੁਰੂ ਹੋ ਗਏ ਤੇ 5 ਦਰਿਆ ਮੁੜ ਕੇ ਇਸ ਢੰਗ ਨਾਲ ਹੋ ਗਏ। ਬਿਲਕੁਲ। ਤੋਂ ਵੱਡੀ ਆਬਾਦੀ ਜਿਹੜੀ ਹੈ ਇਸ ਫੈਲਾਅ ਦੇ ਵਿੱਚ ਆ ਗਈ ਹੈ ਔਰ ਇਹ ਸਾਡੇ ਪੰਜਾਬੀ ਸਮਾਜ ਨੂੰ ਸੋਚਣ ਦੀ ਬਹੁਤ ਵੱਡੀ ਇਸ ਮਾਮਲੇ ਤੇ ਲੋੜ ਹੈ। ਦੂਜੀ ਗੱਲ ਇਹ ਰਹੀ ਵੀ ਵੋਟਾਂ ਦੇ ਵਿੱਚ ਜਿਸ ਕਿਸਮ ਦੀ ਪੈਸੇ ਵੰਡਣ ਦੀ ਗੱਲ, ਸ਼ਰਾਬ ਵੰਡਣ ਦੀ ਗੱਲ ਆਉਂਦੀ ਹੈ, ਇਹ ਤੇ ਹੁਣ ਇਹ ਵੀ ਹੋ ਗਿਆ ਵੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੀਆਂ ਜਿਸ ਵੇਲੇ ਚੋਣਾਂ ਹੁੰਦੀਆਂ ਉਹਨਾਂ ਵਿੱਚ ਵੀ ਇਹ ਗੱਲ ਹੋਣੀ ਸ਼ੁਰੂ ਹੋ ਗਈ। ਬਿਲਕੁਲ। ਇਸ ਗੱਲ ਬਾਰੇ ਅਸਲ ਵਿੱਚ ਤਾਂ ਚਿੰਤਕ ਜਿਹੜੇ ਨੇ, ਪੰਜਾਬ ਦੇ ਚਿੰਤਕ ਜਿਹੜੇ ਆਮ ਤੌਰ ਤੇ ਜਿਨ੍ਹਾਂ ਬਾਰੇ ਹੁਣ ਕਿਹਾ ਜਾਣ ਲੱਗ ਪਿਆ, ਪੰਜਾਬੀ ਦੇ ਲੇਖਕਾਂ ਬਾਰੇ, ਵੱਡੇ ਪੱਤਰਕਾਰਾਂ ਬਾਰੇ ਵੀ ਉਹ ਤਾਂ ਜਦੋਂ ਕੋਈ ਸੰਕਟ ਦੀ ਗੱਲ ਆਉਂਦੀ ਆ, ਕੋਈ ਮਸਲਾ ਇਦਾਂ ਦਾ ਹੁੰਦਾ ਤੇ ਚੁੱਪ ਕਰਕੇ ਬੈਠ ਜਾਂਦੇ ਨੇ। ਉਹਨਾਂ ਨੂੰ ਚਿੰਤਨ ਕਰਨ ਦੀ ਲੋੜ ਆ। ਚਿੰਤਨ ਕਰਨ ਦੀ ਲੋੜ ਹੀ ਨਹੀਂ, ਅਗਵਾਈ ਕਰਨ ਦੀ ਲੋੜ ਆ ਕਿ ਪੰਜਾਬੀ ਸਮਾਜ ਜਿਹੜਾ ਪਿਛਾਂਹ ਵੱਲ ਜਾ ਰਿਹਾ ਉਹਦੇ ਸਾਹਮਣੇ ਕੁਝ ਉਹ ਸਵਾਲ ਪਾ ਕੇ ਉਹਨਾਂ ਦੇ ਹੱਲ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਸਰਕਾਰਾਂ ਇਸ ਮਾਮਲੇ ਤੇ ਸੁਚੇਤ ਹੋਣ। ਸਰਕਾਰਾਂ ਨੂੰ ਆਪਣੀ ਆਮਦਨ ਦਾ ਸਾਧਨ ਸ਼ਰਾਬ ਜਾਂ ਇਸ ਕਿਸਮ ਦੀਆਂ ਗੱਲਾਂ ਰੱਖਣੀਆਂ ਨਾ ਪੈਣ, ਸਗੋਂ ਉਹ ਸਾਧਨ ਉਹਨਾਂ ਵੱਲੋਂ ਬਣਾਏ ਜਾਣ ਜਿਹੜੇ ਅਸਲ ਬਹਿਣਿਆਂ ਦੇ ਵਿੱਚ ਸਵੱਛ ਸਰਕਾਰ ਚਲਾਉਣ ਲਈ ਯੋਗ ਹੋ ਸਕਦੇ ਨੇ। ਬਹੁਤ ਸਾਰੇ ਹੋ ਰਿਹਾ, ਦੇਖੋ GST ਆ, ਸਰਕਾਰ ਕਹਿੰਦੀ ਆ ਵੀ ਸਾਨੂੰ ਸੈਂਟਰ ਗਵਰਨਮੈਂਟ ਨਹੀਂ ਸਾਡਾ ਹਿੱਸਾ ਦਿੰਦੀ। GST ਦੇ ਮਾਮਲੇ ਦੇ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਪਾਸੇ ਰੱਖ ਲਿਆ, ਪੂਰੇ ਦੁਨੀਆ ਦੇ ਵਿੱਚ ਰੇਟ ਘਟ ਗਏ ਕੱਚੇ ਮਾਲ ਦੇ ਤੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰੇਟ ਜਿਹੜੇ ਨੇ 4-5 ਰੁਪਏ ਕਹਿੰਦੇ ਹੋਰ ਵੱਧ ਰਹੇ ਨੇ। ਪਰ ਅਜੀਬ ਕਿਸਮ ਦਾ ਇਹ ਖਲਾਰਾ ਹੈ ਜਿਹੜਾ
ਅਸਲ ਮਾਇਨਿਆਂ ਵਿੱਚ ਬੜਾ ਪ੍ਰਸ਼ਨ ਚਿੰਨ੍ਹ ਲਾਉਂਦਾ ਵੀ ਅਸੀਂ ਇੱਕ ਕਲਿਆਣਕਾਰੀ ਸਰਕਾਰ ਦੇ ਅੰਡਰ ਕੰਮ ਕਰ ਰਹੇ ਹਾਂ ਕਿ ਇਹੋ ਜਿਹੀ ਸਰਕਾਰ ਦੇ ਅੰਡਰ ਕੰਮ ਕਰ ਰਹੇ ਹਾਂ ਜਿਹੜੀ ਲੋਕਾਂ ਦੇ ਭਲੇ ਦੇ ਕੰਮ ਕਰਨ ਨਾਲੋਂ ਆਪਣਾ ਭਲਾ ਵੱਧ ਕਰਨ ਦੇ ਉੱਤੇ ਯਕੀਨ ਰੱਖਦੀ ਆ ਤਾਂ ਮੈਂ ਇਸ ਮਾਮਲੇ ਤੇ ਇਹ ਗੱਲ ਕਰਨੀ ਚਾਹਾਂਗਾ ਕਿ ਇਹ ਸਾਰੀਆਂ ਗੱਲਾਂ ਚਿੰਤਾ ਨਾਲ, ਚਿੰਤਨ ਨਾਲ ਔਰ ਚੰਗੀ ਸੋਚ ਦੇ ਨਾਲ ਹੱਲ ਕਰਨ ਦੀ ਲੋੜ ਹੈ ਜੀ। ਤੇ ਤੁਸੀਂ ਵੇਖ ਰਹੇ ਹੋ ਜੀ ਨਵਰੰਗ ਟੀਵੀ, ਪ੍ਰੋਗਰਾਮ ਚੱਲ ਰਿਹਾ ਇੱਕ ਨਜ਼ਰ। ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਆਪਣੇ ਵਿਚਾਰ ਕੀ ਤੁਸੀਂ ਸੋਚਦੇ ਹੋ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦੇ ਨੰਬਰ ਦੋਨੋਂ ਹੀ ਫੋਨ ਲਾਈਨ ਖੁੱਲੀਆਂ ਹੋਈਆਂ ਨੇ 01824 508 309 380 113 ਇਹ ਜਿਹੜੇ ਨੰਬਰ ਉਹ ਮਤਲਬ ਖੁੱਲੇ ਹੋਏ ਨੇ ਤੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਸਰ ਜਿਵੇਂ ਅਸੀਂ ਕੋਵਿਡ-19 ਦੀ ਗੱਲ ਕਰ ਰਹੇ ਹਾਂ, ਸਰਕਾਰ ਵੱਲੋਂ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹ ਅਸੀਂ ਗੱਲ ਕਰ ਰਹੇ ਹਾਂ। ਉੱਥੇ ਹੀ ਇੱਕ ਹੋਰ ਖਬਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਮਨੂ ਸ਼ਰਮਾ ਉਹਨੂੰ ਉਮਰ ਕੈਦ ਪਹਿਲਾਂ ਦਿੱਤੀ ਗਈ ਸੀ ਤੇ ਪਰ ਹੁਣ ਉਹਨੂੰ ਜਿਹੜਾ ਕੱਲ ਰਿਹਾ ਕਰ ਦਿੱਤਾ ਗਿਆ। ਇਹ ਕੀ ਮਸਲਾ ਹੈਗਾ ਇਹ? ਹਾਂ, 1999 ਦੇ ਵਿੱਚ ਕਿਸੇ ਰੈਸਟੋਰੈਂਟ ਦੇ ਵਿੱਚ ਮਨੂ ਸ਼ਰਮਾ ਨੇ ਉੱਥੇ ਸਰਵ ਕਰਨ ਲਈ ਲੜਕੀ ਜੈਸਿਕਾ ਲਾਲ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਔਰ ਮੌਕੇ ਤੇ ਉਹ ਮਾਰੀ ਗਈ ਸੀ ਜੀ। 15 ਸਾਲ ਦੇ ਲਗਭਗ ਕੇਸ ਚੱਲਿਆ ਔਰ ਉਹਨੂੰ ਸਜ਼ਾ ਹੋਈ, ਉਮਰ ਕੈਦ ਦੀ ਸਜ਼ਾ ਹੋਈ। ਉਸ ਤੋਂ ਪਹਿਲਾਂ ਉਹਨੂੰ ਸਜ਼ਾ ਮੁਕਤ ਵੀ ਕਰ ਦਿੱਤਾ ਗਿਆ ਸੀ। ਪਰ ਹੁਣ 14 ਸਾਲ ਦੇ ਲੰਬੇ ਅਰਸੇ ਦੇ ਬਾਅਦ ਉਸ ਨੂੰ ਇੱਕ ਪ੍ਰਿਜ਼ਨ ਵੈਲਫੇਅਰ ਕਮੇਟੀ ਬਣੀ ਹੁੰਦੀ ਆ, ਉਹਦੇ ਸਾਹਮਣੇ ਉਹਦਾ ਕੇਸ ਪੇਸ਼ ਹੋਇਆ ਔਰ ਉਹਨੂੰ ਇਹ ਸਮਝ ਲਿਆ ਗਿਆ ਬਾਕੀ ਹੋਰ ਵੀ 12 ਲੋਕਾਂ ਦੇ ਕੇਸ ਪੇਸ਼ ਹੋਏ ਨੇ ਜਿਨ੍ਹਾਂ ਦੇ ਵਿੱਚ ਉਹਦੇ ਚੰਗੇ ਆਚਰਣ ਕਰਕੇ ਉਹਨੂੰ ਛੋਟ ਜਿਹੜੀ ਦਿੱਤੀ ਗਈ ਆ। ਭਾਵੇਂ ਕਿ 5ਵੀਂ ਵੇਰ ਕੇਸ ਜਿਹੜਾ ਉਸ ਪ੍ਰਿਜ਼ਨ ਕਮੇਟੀ ਦੇ ਸਾਹਮਣੇ ਪੇਸ਼ ਹੋਇਆ ਸੀ ਤੇ 5 ਵਾਰ ਇਹ ਗੱਲ ਜਿਹੜੀ ਅੱਗੋਂ ਪੈਂਦੀ ਰਹੀ ਸੀ। ਇਹ ਜਿਹੜਾ ਸ਼ਖਸ ਹੈ ਕਿਸੇ ਹਰਿਆਣਾ ਦੇ ਮੰਤਰੀ ਹੈ ਨੇ, ਉਹਨਾਂ ਦਾ ਲੜਕਾ ਹੈ ਔਰ ਮੈਂ ਸਮਝਦਾ ਵੀ ਜਿਸ ਵੇਲੇ ਉਹ ਸਜ਼ਾ ਭੁਗਤ ਰਿਹਾ ਸੀ ਉਹਨੇ ਅੱਛਾ ਆਚਰਣ ਆਪਣਾ ਦਿਖਾਇਆ ਹੈ। ਉੱਥੇ ਬੈਠ ਕੇ ਉਹਨੇ ਕਿਤਾਬਾਂ ਪੜ੍ਹੀਆਂ ਨੇ, ਲੋਕਾਂ ਦੀ ਵੈਲਫੇਅਰ ਦੇ ਕੰਮ ਕੀਤੇ ਨੇ, ਹੋਰ ਚੰਗੇ ਕੰਮ ਕੀਤੇ ਨੇ। ਬੰਦੇ ਨੇ ਗਲਤੀ ਕੀਤੀ, ਉਹਦੀ ਸਜ਼ਾ ਭੁਗਤ ਲਈ ਤੇ ਹੁਣ ਉਹਨੂੰ ਕੱਲ ਰਿਹਾ ਕਰ ਦਿੱਤਾ ਗਿਆ ਜੀ। ਤੇ ਸਰ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਹਮੇਸ਼ਾ ਇਹ ਜਿਹੜਾ ਵੇਖਣ ਨੂੰ ਵੀ ਮਿਲਦਾ, ਸੋਚਣ ਨੂੰ ਵੀ ਇਹ ਸਾਹਮਣੇ ਆਉਂਦਾ ਕਿ ਜਦੋਂ ਕੋਈ ਜਿਹੜਾ ਕਹਿ ਲਓ ਕਿ ਵੱਡਾ ਕੋਈ ਉਦਯੋਗਪਤੀ ਹੈ ਜਾਂ ਫਿਰ ਕੋਈ ਵੱਡਾ ਸ਼ਾਹੂਕਾਰ ਅਸੀਂ ਕਹਿ ਸਕਦੇ ਹਾਂ, ਕੋਈ ਬਿਜ਼ਨਸਮੈਨ ਇਦਾਂ ਦਾ ਹੈ, ਉਹਦੇ ਲਈ ਨਿਯਮ ਕੁਝ ਹੋਰ ਹੋ ਜਾਂਦੇ ਆ, ਆਮ ਜਨਤਾ ਦੇ ਲਈ ਨਿਯਮ ਕੁਝ ਹੋਰ ਹੋ ਜਾਂਦੇ। ਇਦਾਂ ਕਿਉਂ? ਦੇਖੋ ਇਦਾਂ ਵੀ ਹੁਣੇ ਜੇ ਜਸਟਿਸ ਗੁਪਤਾ ਨੇ ਉਹਨਾਂ ਨੇ ਕਿਹਾ ਵੀ ਅਮੀਰਾਂ ਲਈ ਜਿਹੜੇ ਨਾ ਇਨਸਾਫ ਲੈਣਾ ਹਿੰਦੁਸਤਾਨ ਦੇ ਵਿੱਚ ਸੌਖਾ ਆ, ਗਰੀਬ ਲਈ ਬੜਾ ਔਖਾ। ਉਹਨਾਂ ਨੇ ਉਦਾਹਰਨਾਂ ਦਿੱਤੀਆਂ ਵੀ ਵੱਡੇ ਜਿਹੜੀਆਂ ਫਰਮਾਂ ਵਾਲੇ ਨੇ ਬੜੀ ਛੇਤੀ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਦਿੰਦੇ ਨੇ ਔਰ ਰਜਿਸਟਰੀ ਦੇ ਨਾਲ ਰਜਿਸਟਰਡ ਕਰਵਾ ਕੇ ਦੂਜੇ ਤੀਜੇ ਦਿਨ ਆਪਣੀ ਜਿਹੜੀ ਆ ਫਰਿਆਦ ਆ ਸਰਕਾਰ ਕੋਰਟ ਦੇ ਮੂਹਰੇ ਰੱਖ ਦਿੰਦੇ ਨੇ। ਤਾਂ ਇਸ ਕਿਸਮ ਦੀ ਗੱਲ ਜਿਹੜੀ ਆ ਉਹ ਬੜਾ ਅਖੜਦੀ ਆ ਉਸ ਵੇਲੇ ਵੀ ਜਿਸ ਵੇਲੇ ਇੱਕ ਬੰਦਾ ਆਪਣੀ ਜ਼ਮੀਨ ਦਾ ਕੇਸ ਹੇਠਲੀ ਅਦਾਲਤ ਵਿੱਚ ਲਿਆਉਂਦਾ, ਜ਼ਿਲ੍ਹਾ ਅਦਾਲਤ ਵਿੱਚ ਚਲ ਜਾਂਦਾ, ਹਾਈ ਕੋਰਟ ਦੇ ਵਿੱਚ ਚਲ ਜਾਂਦਾ, ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚ ਜਾਂਦੀ ਆ, ਆਪ ਉਹ ਬੁੱਢਾ ਹੋ ਜਾਂਦਾ ਤੇ ਅਗਲੀ ਜਿਹੜੀ ਪੀੜ੍ਹੀ ਆ ਉਹਦੇ ਤੱਕ ਵੀ ਉਹਨੂੰ ਕਈ ਵਾਰੀ ਇਨਸਾਫ ਨਹੀਂ ਮਿਲਦਾ। ਮਤਲਬ ਇਹ ਫਰਕ ਹੈ ਇਸ ਗੱਲ ਦਾ। ਮੈਂ ਦੇਖਿਆ ਵੀ ਕੁਝ ਇੱਕ ਲੋਕ ਜ਼ਮੀਨੀ ਝਗੜਿਆਂ ਮਾਮਲਿਆਂ ਦੇ ਉੱਤੇ ਕਚਹਿਰੀਆਂ ਆਉਂਦੇ ਨੇ, ਬੈਠੇ ਰਹਿੰਦੇ ਨੇ ਸਾਰਾ ਦਿਨ, ਸ਼ਾਮ ਨੂੰ ਤਰੀਕ ਪੈ ਜਾਂਦੀ ਘਰ ਨੂੰ ਆ ਜਾਂਦੇ। ਤਾਂ ਇਹ ਜਿਹੜਾ ਕਿਸਮ ਦਾ ਵਰਤਾਰਾ ਹੈ ਅਦਾਲਤਾਂ ਦੇ ਵਿੱਚ, ਇਸ ਮਾਮਲੇ ਦੇ ਉੱਤੇ ਜਸਟਿਸ ਗੁਪਤਾ ਨੇ ਇਹ ਜਿਹੜੇ ਕਿ 30 ਅਪ੍ਰੈਲ ਨੂੰ ਰਿਟਾਇਰ ਹੋਏ ਨੇ ਉਹਨਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ ਵੀ ਆਮ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਉਸ ਢੰਗ ਦੇ ਨਾਲ ਨਹੀਂ ਕੰਮ ਕਰ ਰਹੀ ਜਿਵੇਂ ਕਿ ਪ੍ਰਸ਼ਾਂਤ ਭੂਸ਼ਣ ਜਿਹੜੇ ਕਿ ਵੱਡੇ ਵਕੀਲ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਔਰ ਉਹਨਾਂ ਨੇ ਤਾਂ ਇਹ ਵੀ ਗੱਲ ਕਹਿਤੀ ਵੀ ਕੁਝ ਇੱਕ ਜਿਹੜੇ ਜੱਜ ਸਹਿਬਾਨ ਨੇ ਉਹ ਰਾਜ ਸਭਾ ਦੇ ਮੈਂਬਰ ਬਣ ਲਈ ਜਾਂ ਟ੍ਰਿਬਿਊਨਲ ਦੇ ਮੈਂਬਰ ਬਣ ਲਈ ਬਹੁਤੀਆਂ ਹਾਲਤਾਂ ਵਿੱਚ ਸਰਕਾਰ ਦੇ ਹੱਕ ਵਿੱਚ ਫੈਸਲੇ ਦੇ ਦਿੰਦੇ ਨੇ ਔਰ ਇਹ ਸਾਡੇ ਲਈ ਬੜੀ ਸੋਚਣ ਦੀ ਘੜੀ ਹੈ ਕਿਉਂਕਿ ਜਿਹੜਾ ਸਾਡਾ ਲੋਕਤੰਤਰ ਹੈ ਚਾਰ ਮਤਲਬ ਥੰਮਾਂ ਦੇ ਉੱਤੇ ਖੜਾ ਜਿਹਦੇ ਵਿੱਚ ਪ੍ਰੈਸ ਵੀ ਇੱਕ ਹੈ, ਅਦਾਲਤੀ ਗੱਲ ਵੀ ਇੱਕ ਹੈ, ਕਾਰਜਕਾਰਨੀ ਵੀ ਇੱਕ ਹੈ ਔਰ ਸਾਡਾ ਲੋਕ ਸਭਾ ਰਾਜ ਸਭਾ ਵਿਧਾਨ ਸਭਾਵਾਂ ਵੀ ਇੱਕ ਨੇ। ਸੋ ਇਸ ਮਾਮਲੇ ਦੇ ਉੱਤੇ ਬੜਾ ਚਿੰਤਨ ਕਰਨ ਦੀ ਲੋੜ ਹੈ ਜੀ। ਤੇ ਸਰ ਦੇਖਣ ਨੂੰ ਆਉਂਦਾ ਕਿ ਜਿੱਦਾਂ ਜਿਹੜੇ ਅਸੀਂ ਵੱਡੇ ਜੇਕਰ ਅਮੀਰਾਂ ਦੀ ਗੱਲ ਕਰੀਏ ਉਹਨਾਂ ਦੇ ਕੋਈ ਲੋਨ ਹੁੰਦਾ, ਸਿਰ ਕਰਜ਼ਾ ਹੁੰਦਾ, ਉਹ ਰਾਤੋਂ ਰਾਤ ਬੜੀ ਛੇਤੀ ਉਹ ਪੇਪਰਾਂ ਵਿੱਚੋਂ ਵੀ ਕਹਿ ਲਓ ਸਾਫ਼ ਹੋ ਜਾਂਦਾ, ਬੈਂਕ ਤੱਕ ਉਹ ਪਹੁੰਚ ਜਾਂਦਾ। ਤੇ ਇੱਕ ਗਰੀਬ ਆ, ਇੱਕ ਲੋੜਵੰਦ ਇਨਸਾਨ ਹੈ ਜਿਹਦਾ ਕਹਿ ਲਓ ਕਿ ਬਿਜਲੀ ਦਾ ਬਿੱਲ ਤੱਕ ਮਾਫ ਨਹੀਂ ਹੁੰਦਾ,
ਇੱਥੇ ਅਸੀਂ ਇਹ ਕਹਿ ਸਕਦੇ ਕਿ ਸਰਕਾਰ ਸਿਰਫ ਅਮੀਰਾਂ ਲਈ ਹੈ? ਦੇਖੋ ਕਈ ਹਾਲਤਾਂ ਵਿੱਚ ਇਵੇਂ ਲੱਗਣ ਲੱਗ ਪਿਆ। ਜਿਸ ਵੇਲੇ ਬੈਂਕਾਂ ਦੇ ਬਹੁਤ ਵੱਡੇ ਕਰਜ਼ੇ ਜਿਹੜੇ ਨੇ, ਬਹੁਤ ਵੱਡੇ ਕਾਰਪੋਰੇਟ ਸੈਕਟਰ ਦੇ ਲੋਕਾਂ ਦੇ ਕਰਜ਼ੇ 67,000 ਕਰੋੜ ਰੁਪਈਆ ਜਿਹੜਾ ਵੱਡੇ ਖਾਤੇ ਪਾ ਦਿੱਤਾ ਗਿਆ ਜੀ। ਸਰਕਾਰ ਉੱਪਰਲੀ ਕਹਿੰਦੀ ਆ ਵੀ ਅਸੀਂ ਕਿਸੇ ਦਾ ਪੈਸਾ ਖਰਾਬ ਨਹੀਂ ਕਰਨ ਦੇਣਾ, ਸਰਕਾਰ ਦਾ ਲੋਕਾਂ ਦਾ। ਇਹ ਸਰਕਾਰ ਦੇ ਲੋਕਾਂ ਦੇ ਟੈਕਸ ਦੇ ਪੈਸੇ ਸੀ, ਪਰ ਉਹ ਕਿਸ ਢੰਗ ਦੇ ਨਾਲ ਬਰਬਾਦ ਕਰ ਦਿੱਤੇ ਗਏ ਨੇ, ਇਹ ਤੇ ਪ੍ਰਸ਼ਨ ਚੱਲਣ ਲੱਗ ਪੈਂਦੇ ਨੇ। ਤੇ ਦੂਸਰੇ ਪਾਸੇ ਇੱਕ ਸਧਾਰਨ ਕਿਸਾਨ ਆ, ਉਹਦੇ ਜਿੰਮੇ ਕਰਜ਼ਾ ਤੇ ਬੈਂਕਾਂ ਵਾਲੇ ਆਉਂਦੇ ਨੇ, ਪੂਰੇ ਸਮਾਜ ਵਿੱਚ ਬੰਦੇ ਦੀ ਬਦਨਾਮੀ ਹੋ ਜਾਂਦੀ ਵੀ ਭਾਈ ਇਹਨੇ ਕਰਜ਼ਾ ਲਿਆ, ਕਿਉਂਕਿ ਕਰਜ਼ਾ ਲੈਣਾ ਸਾਡੇ ਸਮਾਜ ਦੇ ਵਿੱਚ ਬੜਾ ਮਾੜਾ ਗਿਣਿਆ ਜਾਂਦਾ। ਕਰਜ਼ਾ ਹੁਣ ਤਾਂ ਚਲੋ ਲਿਮਟਾਂ ਬਣ ਗਈਆਂ, ਲੋਕਾਂ ਨੂੰ ਬਹੁਤਾ ਪਤਾ ਨਹੀਂ ਲੱਗਦਾ, ਪਰ ਇਹਦੇ ਨਾਲ ਕੀ ਹੋ ਜਾਂਦਾ ਵੀ ਬਹੁਤ ਸਾਰੀ ਲਿਮਟ ਬਣਨ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਕਈ ਹਾਲਤਾਂ ਵਿੱਚ ਬੈਂਕਾਂ ਵਾਲੇ ਜਿਹੜੇ ਨੇ ਉਹ ਆਪਣੇ ਨਾਂ ਕਰਵਾ ਲੈਂਦੇ ਨੇ ਜਾਂ ਉਹਨਾਂ ਦੀ ਕੁਰਕੀ ਵਗੈਰਾ ਕਰ ਦਿੰਦੇ ਨੇ। ਪਹਿਲਾਂ ਤਾਂ ਸ਼ਾਹੂਕਾਰ ਹੋਇਆ ਕਰਦੇ ਸੀ, ਦਲਾਲ ਹੋਇਆ ਕਰਦੇ ਸੀ, ਆੜਤੀਏ ਹੋਇਆ ਕਰਦੇ ਸੀ। ਇਹ ਕਿਸਾਨਾਂ ਦੀਆਂ ਜ਼ਮੀਨਾਂ ਹੌਲੀ-ਹੌਲੀ ਕਰਕੇ ਉਹਨਾਂ ਨੂੰ ਕਰਜ਼ੇ ਦੇ ਕੇ ਹੜੱਪ ਲੈਂਦੇ ਸੀ। ਹੁਣ ਬੈਂਕਾਂ ਵੀ ਇਹਦੇ ਵਿੱਚ ਸ਼ਾਮਲ ਹੋ ਗਈਆਂ ਨੇ। ਪਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਸਰਕਾਰ ਦੀ ਸ਼ਹਿ ਦੇ ਉੱਤੇ ਬੈਂਕਾਂ ਜਿਹੜੀਆਂ ਨੇ ਉਹ ਕਾਰਪੋਰੇਟ ਸੈਕਟਰ ਬੜੇ ਲੋਕਾਂ ਦੇ ਨੇ ਉਹ ਮਾਫ ਕਰਨ ਦੀ ਗੱਲ ਦੇ ਨਾਲ ਇੱਕ ਹੋਰ ਸ਼ਬਦ ਵਰਤ ਲਿਆ, ਵੱਡੇ ਖਾਤੇ ਪਾ ਦੇਣਾ। ਇਹਦਾ ਮਤਲਬ ਇਹ ਸਾਨੂੰ ਮਿਲਣੀ ਨਹੀਂ ਹੈ, ਤੇ ਵੱਡੇ ਖਾਤੇ ਪਾਉਣ ਦਾ ਮਤਲਬ ਇਹ ਹੁੰਦਾ ਵੀ ਸਾਨੂੰ ਮਿਲਣ ਦੀ ਸੰਭਾਵਨਾ ਨਹੀਂ ਰਹੀ। ਤੋ ਇਸ ਮਾਮਲੇ ਦੇ ਉੱਤੇ ਮੈਂ ਸਮਝਦਾ ਵੀ ਸੋਚਣ ਸਮਝਣ ਦੀ ਗੱਲ ਹੈ। ਤੁਸੀਂ ਠੀਕ ਹੀ ਕਹਿੰਦੇ ਹੋ, ਬੜੇ ਸਾਫ਼ ਸੁਥਰੇ ਸ਼ਬਦਾਂ ਵਿੱਚ ਵੀ ਲੋਕਤੰਤਰ ਵੀ ਹੁਣ ਇਦਾਂ ਦਾ ਬਣ ਗਿਆ ਸਾਡਾ ਵੀ ਜਿਹਦੇ ਵਿੱਚ ਵੱਡੇ ਘਰਾਂ ਵਾਲੇ ਇੱਕ ਵੱਖਰੀ ਕਲਾਸ ਬਣਦੀ ਜਾਂਦੀ ਸਿਆਸੀ ਲੋਕਾਂ ਦੀ, ਜਿਹੜੀ ਰਾਜ ਕਰਨ ਵਾਲੇ ਹੋ ਰਹੇ ਨੇ, ਤੇ ਕੁਝ ਇੱਕ ਲੋਕ ਉਹ ਹੋ ਰਹੇ ਨੇ ਜਿਹੜੇ ਕੰਮ ਕਰਨ ਵਾਲੇ ਹੋ ਰਹੇ ਆ। ਤੇ ਇਸ ਪ੍ਰਕੋਪ ਦੇ ਵਿੱਚ ਤਾਂ ਕੰਮ ਕਰਨ ਵਾਲੇ ਔਰ ਵਿਹਲਾ ਰਹਿਣ ਵਾਲੇ ਹੱਥਾਂ ਨੂੰ, ਜਿਨ੍ਹਾਂ ਨੂੰ ਕੰਮ ਨਹੀਂ ਮਿਲਣੇ, ਉਹਨਾਂ ਦੀ ਗਿਣਤੀ ਹੋਰ ਵੀ ਵੱਧ ਜਾਣੀ ਆ, ਕਰੋੜਾਂ ਦੇ ਵਿੱਚ ਹੋ ਜਾਣੀ ਆ। ਭੁੱਖ ਦੇ ਨਾਲ ਉਹਦੇ ਵਿੱਚ ਕਿੰਨੇ ਮਰਦੇ ਨੇ, ਇਹ ਗਿਣਤੀਆਂ ਮਿਣਤੀਆਂ ਵੀ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਬਿਲਕੁਲ। ਤੇ ਸਰ ਸਰਕਾਰ ਦੀ ਗੱਲ ਆ ਰਹੀ ਹੈ, ਜਦੋਂ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ, ਜਿਹੜੀ ਸਰਕਾਰ ਲੱਥੀ ਹੁੰਦੀ, ਅਸੀਂ ਜੇ ਪੰਜਾਬੀ ਭਾਸ਼ਾ 'ਚ ਕਹੀਏ, ਉਹਦੇ ਇਲਜ਼ਾਮ ਹੁੰਦੇ ਕਿ ਜਿਹੜੀਆਂ ਸਹੂਲਤਾਂ ਅਸੀਂ ਜਨਤਾ ਨੂੰ ਦੇਣੀਆਂ ਸੀ, ਜਿਨ੍ਹਾਂ ਕਹਿ ਲਓ ਕਿ ਚੀਜ਼ਾਂ ਦਾ ਉਦਘਾਟਨ ਅਸੀਂ ਕੀਤਾ ਸੀ ਜਨਤਾ ਦੇ ਲਈ, ਉਹਦਾ ਜਿਹੜਾ ਕ੍ਰੈਡਿਟ ਆ ਉਹ ਮੌਜੂਦਾ ਸਰਕਾਰ ਲੈ ਰਹੀ ਹੈ। ਇਹ ਗੱਲਾਂ ਆਮ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਮਤਲਬ ਕ੍ਰੈਡਿਟ ਵਾਰ ਇੱਕ ਚੱਲਦੀ ਰਹਿੰਦੀ ਹੈ। ਹੁਣ ਐਕਸਪ੍ਰੈਸ ਵੇ ਜਿਹੜਾ ਸ਼ੁਰੂ ਕੀਤਾ ਗਿਆ ਹੈ ਨਾ, ਤੇ ਉਹਦੇ ਤੇ ਕਾਂਗਰਸ ਤੇ ਅਕਾਲੀ ਦਲ ਦਾ ਜਿਹੜਾ ਕਹਿ ਲਓ ਕਿ ਕ੍ਰੈਡਿਟ ਵਾਰ ਹੁਣ ਸ਼ੁਰੂ ਹੋ ਚੁੱਕੀ ਹੈ। ਉਹ ਕਹਿ ਰਹੇ ਕਿ ਇਹ ਸਾਡੇ ਵੱਲੋਂ ਜਿਹੜੀ ਇੱਕ ਸੁਵਿਧਾ ਜਨਤਾ ਲਈ ਲਿਆਂਦੀ ਗਈ ਹੈ। ਕਾਂਗਰਸੀ ਆਪਣੀ ਗੱਲ ਕਰ ਰਹੇ ਨੇ, ਅਕਾਲੀ ਆਪਣੀ ਗੱਲ ਕਰ ਰਹੇ ਨੇ। ਭਾਵੇਂ ਹੈ ਕਿ ਇਹ ਕ੍ਰੈਡਿਟ ਲੈਣਾ ਜ਼ਿਆਦਾ ਜ਼ਰੂਰੀ ਹੁੰਦਾ ਜਨਤਾ ਦੀਆਂ ਸਹੂਲਤਾਂ ਤੱਕ ਪਹੁੰਚਣ ਤੋਂ ਪਹਿਲਾਂ। ਦੇਖੋ, ਕ੍ਰੈਡਿਟ ਲੈਣ ਦੀਆਂ ਗੱਲਾਂ ਤਾਂ ਸਿਆਸਤਦਾਨ ਕਰਦੇ ਹੀ ਕਰਦੇ ਨੇ। ਜੇ ਕਿਸੇ ਨੂੰ ਮਾੜੀ ਜੀ ਰੋਟੀ ਵੀ ਦੇਣੀ ਆ ਤੇ ਫੁਲਕਾ ਦਾਲ ਵੀ ਦੇਣਾ, ਤਾਂ ਆ ਦੇਖੋ 3000 ਕਰੋੜ ਰੁਪਇਆ 2 ਮਹੀਨਿਆਂ ਲਈ ਰਾਸ਼ਨ ਦੇ ਦਿੱਤਾ ਤੇ ਬੱਲੇ ਬੱਲੇ ਕਰਾਉਣ ਦਾ ਯਤਨ ਹੋਇਆ। ਪਰ 20 ਲੱਖ ਕਰੋੜ ਦੇ ਵਿੱਚੋਂ ਆਮ ਜਨਤਾ ਨੂੰ ਕੀ ਮਿਲਿਆ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਉਹ ਕਰਜ਼ਾ ਥੱਲੇ ਲੋਕ ਜਿਹੜੇ ਨੇ ਹੋਰ ਆ ਜਾਣਗੇ। ਬਿਲਕੁਲ। ਤੋ ਅੱਜ ਵੈਸੇ ਚੰਗੀ ਗੱਲ ਹੈ ਵੀ ਅੰਮ੍ਰਿਤਸਰ ਨੂੰ ਜੋੜ ਦਿੱਤਾ ਗਿਆ ਇਸ ਹਾਈਵੇ ਦੇ ਨਾਲ, ਫਾਇਦਾ ਹੋਏਗਾ। ਪੰਜਾਬ ਦੇ ਜਿੰਨੇ ਵੱਡੇ ਸੁਲਤਾਨਪੁਰ ਲੋਧੀ ਹੈ, ਪਹਿਲਾਂ ਤਾਂ ਨਕੋਦਰ ਤੋਂ ਸਿੱਧਾ ਹੀ ਜੰਮੂ ਕਟੜੇ ਨੂੰ ਭੇਜ ਦਿੱਤਾ ਗਿਆ ਸੀ, ਤੇ ਲਿੰਕ ਜਿਹੜੀਆਂ ਨਹੀਂ ਸੀ ਬਣਾਈਆਂ ਗਈਆਂ। ਹੁਣ ਇਹ ਜਿਹੜੇ ਵੱਡੇ ਥਾਂ ਨੇ ਜਿਨ੍ਹਾਂ ਦਾ ਹੱਕ ਵੀ ਬਣਦਾ ਸੀ, ਲੋਕਾਂ ਨੇ ਆਉਣਾ, ਐਕਸਪ੍ਰੈਸ ਵੇ ਦੇ ਉੱਤੇ ਚੱਲਣਾ, ਵੱਡੇ ਥਾਵਾਂ ਦੇ ਉੱਤੇ ਆ ਕੇ ਦਰਸ਼ਨ ਕਰਨੇ ਨੇ। ਉਸ ਹਾਲ ਦੇ ਵਿੱਚ ਇਹਨਾਂ ਥਾਵਾਂ ਤੇ ਪੰਜਾਬ ਦੇ ਬਾਰੇ ਜਦੋਂ ਗੱਲ ਹੋਣੀ ਸੀ ਤੇ ਇਹ ਥਾਂ ਆਉਣੇ ਚਾਹੀਦੇ ਸੀ, ਪਰ ਛੱਡ ਦਿੱਤੇ ਗਏ। ਹੁਣ ਸਿਆਸਤ ਹੋਈ, ਇੱਕ ਦੂਜੇ ਦਾ ਜ਼ੋਰ ਲੱਗਾ। ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਉੱਪਰਲੀ ਸਰਕਾਰ ਨੂੰ ਕਿਹਾ, ਉਧਰ ਭਾਜਪਾ ਵਾਲੇ ਕਹਿੰਦੇ ਨੇ ਵੀ ਅਸੀਂ ਕੀਤਾ, ਅਕਾਲੀ ਦਲ ਵਾਲੇ ਕਹਿੰਦੇ ਨੇ ਅਸੀਂ ਕੀਤਾ। ਪਰ ਜਿਹੜੀ ਕੱਲ ਮੰਤਰੀਆਂ ਦੀ ਕਾਨਫਰੰਸ ਹੋਈ ਆ ਔਰ ਉਹਦੀ ਫੋਟੋ ਛਪੀ ਆ, ਉਹ ਤੋਂ ਤਾਂ ਇਵੇਂ ਲੱਗਦਾ ਕਿ ਭਾਜਪਾ ਦੇ ਮੰਤਰੀ ਸਹਿਬਾਨ ਜਿਹੜੇ ਨੇ, ਖਾਸ ਤੌਰ ਤੇ ਪੁਰੀ ਸਾਹਿਬ ਜਿਹੜੇ ਨੇ ਸਾਡੇ ਮੰਤਰੀ, ਉਹ ਹੀ ਹਰਦੀਪ ਪੁਰੀ ਜੀ, ਉਹ ਇਸ ਗੱਲ ਦਾ ਕ੍ਰੈਡਿਟ ਲੈ ਰਹੇ ਨੇ ਕਿ ਭਾਜਪਾ ਨੇ ਹੀ ਇਹ ਸਾਰਾ ਕੰਮ ਜਿਹੜਾ ਹੈ ਕੀਤਾ ਹੈ। ਪਰ ਮੈਂ ਸਮਝਦਾ ਵੀ ਚੰਗਾ ਕੰਮ ਕਰਨ ਲਈ ਜੇ ਕਿਸੇ ਨੂੰ ਕ੍ਰੈਡਿਟ ਦੇ ਦਿੱਤਾ ਵੀ ਜਾਵੇ, ਇਸ ਗੱਲ ਲਈ ਹੋੜ ਨਹੀਂ ਲੱਗਣੀ ਚਾਹੀਦੀ। ਕਿਉਂਕਿ ਆਪਸ ਵਿੱਚ ਸਰਕਾਰਾਂ ਜਿਹੜੀਆਂ, ਸੈਂਟਰ ਦੀ ਸਰਕਾਰ ਹੈ ਜਾਂ ਥੱਲੇ ਵਾਲੀ ਸਰਕਾਰ ਹੈ, ਹਰੇਕ ਸਰਕਾਰ ਦਾ ਜਾਂ ਹਰੇਕ ਨੇਤਾ ਦਾ ਆਪੋ ਆਪਣਾ ਪ੍ਰਾਪਤੀਆਂ ਦਾ ਢੰਗ ਤਰੀਕਾ ਹੁੰਦਾ, ਔਰ ਹਰੇਕ ਨੇ ਆਪਣੀ ਲੋੜ ਅਨੁਸਾਰ ਆਪਣੇ ਜਜ਼ਬੇ ਦੇ ਨਾਲ, ਆਪਣੇ ਢੰਗ ਦੇ ਨਾਲ ਕੰਮ ਕਰਨਾ ਹੁੰਦਾ। ਤੇ ਉੱਪਰਲੀ ਸਰਕਾਰ ਜਾਂ ਥੱਲੇਲੀ ਸਰਕਾਰ ਦੀ ਗੱਲ ਨਹੀਂ ਹੋਣੀ ਚਾਹੀਦੀ। ਇਹ ਹੁੰਦੀ ਇਸ ਕਰਕੇ ਹੈ ਕਿ ਉੱਪਰ ਭਾਜਪਾ ਦੀ, ਅਕਾਲੀਆਂ ਦੀ ਸਰਕਾਰ ਹੈ ਤੇ ਥੱਲੇ ਕਾਂਗਰਸ ਦੀ ਸਰਕਾਰ ਹੈ।
ਪਰ ਜਿਸ ਵੇਲੇ ਧਰਮ ਦੇ ਨਾਂ ਤੇ ਜਾਂ ਡਿਵੈਲਪਮੈਂਟ ਦੀ ਗੱਲ ਆ ਜਾਣੀ ਚਾਹੀਦੀ ਆ ਤੇ ਸਾਰੀਆਂ ਪਾਰਟੀਆਂ ਨੂੰ ਇਕਮੁੱਠ ਹੋ ਕੇ ਗੱਲ ਕਰਨੀ ਚਾਹੀਦੀ। ਮੈਂ ਤਾਂ ਹੁਣ ਇਹ ਵੀ ਕਹਿਣਾ ਭਈ ਪੰਜਾਬ ਇਸ ਵੇਲੇ ਆਰਥਿਕ ਤੌਰ ਤੇ ਬੇਹਾਲ ਹੋ ਚੁੱਕਾ। ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸੈਂਟਰ ਦੇ ਕੋਲ ਜਾਣ, ਉਹਨਾਂ ਨੂੰ ਦੱਸਣ ਕਿ ਪੰਜਾਬ ਦਾ ਆਉਣ ਪਿਛਲੇ ਸਮਿਆਂ ਦੇ ਵਿੱਚ ਵੀ ਕਦੇ ਅੱਤਵਾਦ ਦਾ ਕਦੇ ਹੋਰ ਨਾ ਕੋਈ ਮਸਲੇ ਇਦਾਂ ਦੇ ਉੱਠਦੇ ਰਹੇ ਨੇ। ਅਸੀਂ ਕਰਜ਼ਾਈ ਹੋ ਗਏ, ਨਸ਼ਿਆਂ ਨੇ ਸਾਨੂੰ ਇਸ ਢੰਗ ਦੇ ਨਾਲ ਤਬਾਹ ਕਰ ਦਿੱਤਾ। ਇੱਥੋਂ ਦੇ ਬੱਚੇ ਜਿਹੜੇ ਨੇ ਬਾਹਰ ਜਾਣਾ ਸ਼ੁਰੂ ਹੋ ਗਏ, ਰੁਜ਼ਗਾਰ ਇੱਥੇ ਕੋਈ ਨਹੀਂ, ਵੱਡੀ ਫੈਕਟਰੀ ਇੱਥੇ ਕੋਈ ਨਹੀਂ। ਉਸ ਹਾਲਤ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉੱਪਰਲੇ ਦਰਬਾਰ ਵਿੱਚ ਜਾਣ ਔਰ ਉੱਥੋਂ ਕੋਈ ਨਾ ਕੋਈ ਮਦਦ ਲੈ ਕੇ ਆਉਣ। ਇਹੀ ਅਸਲ ਮਾਇਨਿਆਂ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਦੀ ਮੰਗ ਹੈ, ਕਿਉਂਕਿ ਕਰੋਨਾ ਦੇ ਨਾਲ ਤਾਂ ਪੰਜਾਬ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋ ਗਈ। ਜਿਵੇਂ ਅਸੀਂ ਕਹਿੰਦੇ ਹਾਂ ਵੀ ਅਮਰੀਕਾ ਵਰਗਾ ਮੁਲਕ ਵੀ ਜਿਹੜਾ ਆ ਇਸ ਮਾਮਲੇ ਦੇ ਉੱਤੇ ਬਹੁਤ ਔਖਾ ਹੋ ਗਿਆ, ਉਹਦੀ ਆਰਥਿਕਤਾ ਵੀ ਤਬਾਹੀ ਵੱਲ ਦੇ ਪਾਸੇ ਨੂੰ ਤੁਰ ਪਈ ਤੇ ਹੁਣ ਤਾਂ ਉਹਨੂੰ ਇੱਕ ਹੋਰ ਵੀ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ 170 ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤੇ ਇਸ ਕਰਫਿਊ 40 ਸ਼ਹਿਰਾਂ ਦੇ ਵਿੱਚ ਲੱਗੇ ਹੋਏ ਨੇ। ਮਸਲਾ ਇੰਨਾ ਕੁ ਹੀ ਹੈ ਵੀ ਉੱਥੇ ਜਿਹੜਾ ਹੁਕਮਰਾਨ ਹੈ ਉਹ ਆਪਣੀ ਮਰਜ਼ੀ ਦੇ ਨਾਲ ਕੰਮ ਕਰਨਾ ਗਿੱਝਿਆ ਹੋਇਆ। ਜੇ ਲੋਕਾਂ ਦੇ ਮਨ ਵਿੱਚ ਕਿਸੇ ਕਿਸਮ ਦਾ ਦਰੇਕ ਆਉਂਦਾ, ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤੇ ਉਹ ਹਾਕਮ ਇਹ ਨਹੀਂ ਹੁੰਦਾ ਜਿਸ ਵੇਲੇ ਲੋਕਤੰਤਰ ਨਾਲ ਚੁਣਿਆ ਹੋਏ ਕੋਈ ਬੰਦਾ ਹੋਵੇ ਉਹ ਧਮਕੀਆਂ ਦੇਗੇ ਕਿ ਮੈਂ ਇਸ ਗੱਲ ਨੂੰ ਸਿੱਟੇ ਭੁਗਤਣ ਲਈ ਤਿਆਰ ਹੋ ਜਾਓ। ਪਰ ਅਖੀਰ ਦੇ ਵਿੱਚ ਸਥਿਤੀ ਫਿਰ ਇਦਾਂ ਦੀ ਬਣ ਜਾਂਦੀ ਆ ਲੋਕਾਂ ਦੇ ਪਰੇ ਦੇ ਵਿੱਚ ਆ ਕੇ ਭਈ ਆਪ ਬੰਕਰ ਦੇ ਵਿੱਚ ਜਾ ਕੇ ਲੁਕਣਾ ਪੈਂਦਾ। ਬਿਲਕੁਲ। ਤੋ ਇਸ ਹਾਲ ਦੇ ਵਿੱਚ ਟਰੰਪ ਦੇ ਵਿਰੋਧ ਦੇ ਵਿੱਚ ਵੀ ਜਦੋਂ ਲੋਕ ਆਏ ਨੇ, ਇੱਕ ਸ਼ਾਹਫਾਮ ਜਿਹੜਾ ਵਿਅਕਤੀ ਸੀ ਉਸ ਦੇ ਗਰਦਨ ਦੇ ਉੱਤੇ ਉੱਥੋਂ ਦੇ ਪੁਲਿਸ ਅਫਸਰ ਜਿਹੜਾ ਕੋਈ ਪੁਲਿਸਮੈਨ ਸੀ ਉਸ ਨੇ ਇਸ ਢੰਗ ਦੇ ਨਾਲ ਗੋਡਾ ਰੱਖਿਆ, ਉਹਦੇ ਬਾਵਜੂਦ ਉਹਦੇ ਕਹਿੰਦੇ ਪਏ ਮੈਨੂੰ ਸਾਹ ਆਉਣਾ ਵੀ ਔਖਾ ਹੋ ਗਿਆ, ਉਹ ਮਾਰਿਆ ਗਿਆ ਔਰ ਮਾਰਿਆ ਵੀ ਪੂਰੀ ਦਹਿਸ਼ਤ ਪਾ ਕੇ ਗਿਆ, ਬਹੁਤ ਕਰੂਰਤਾ ਦੇ ਨਾਲ ਮਾਰਿਆ ਗਿਆ ਕਿਉਂਕਿ ਹਰ ਵਿਅਕਤੀ ਭਾਵੇਂ ਉਹ ਮਾੜੇ ਤੋਂ ਮਾੜਾ ਵੀ ਹੋਵੇ ਉਸੇ ਵੀ ਆਪਣੇ ਮਨੁੱਖੀ ਅਧਿਕਾਰ ਨੇ, ਉਸ ਨੂੰ ਵੀ ਇਸ ਇੱਥੇ ਜਿਉਣ ਦਾ ਅਧਿਕਾਰ ਹੈ। ਚੋਰ ਹੋਵੇ, ਡਾਕੂ ਹੋਵੇ, ਲੁਟੇਰਾ ਹੋਵੇ, ਮਤਲਬ ਕੋਈ ਵੀ ਹੋਵੇ ਉਸ ਨੂੰ ਕਾਨੂੰਨੀ ਤੌਰ ਤੇ ਵੀ ਔਰ ਮਨੁੱਖੀ ਤੌਰ ਤੇ ਵੀ ਅਧਿਕਾਰ ਨੇ ਤੇ ਜੇ ਉਹਨੇ ਇਸ ਕਿਸਮ ਦਾ ਕੋਈ ਗਲਤੀ ਕੀਤੀ ਸੀ ਤੇ ਉਸ ਨੂੰ ਕਾਨੂੰਨ ਦੇ ਪੱਖ ਤੇ ਆ ਕੇ ਸਾਹਮਣੇ ਲਿਆਉਣਾ ਚਾਹੀਦਾ ਸੀ, ਨਾ ਕਿ ਆਪ ਸਜ਼ਾ ਦੇਣ ਦੀ ਗੱਲ ਕਰਨੀ ਚਾਹੀਦੀ। ਹੁਣ ਉੱਥੇ ਲਗਭਗ 70-80 ਸਾਲ ਤੋਂ ਬਾਅਦ ਇਸ ਕਿਸਮ ਦੀ ਸਥਿਤੀ ਬਣੀ ਆ ਕਿ ਦੋ ਜਿਹੜੀਆਂ ਪਾੜੇ ਪੈ ਗਏ ਨੇ ਕਿ ਇੱਕ ਪਾਸੇ ਗੋਰੇ ਲੋਕ ਹੋ ਗਏ ਨੇ, ਦੂਸਰੇ ਪਾਸੇ ਸਿਆਹਫਾਮ ਲੋਕ ਹੋ ਗਏ ਨੇ ਔਰ ਪਿਛਲੇ ਸਮੇਂ ਦੇ ਵਿੱਚ ਜਿਸ ਵੇਲੇ ਉੱਥੇ ਰਾਸ਼ਟਰਪਤੀ ਜਿਹੜੇ ਓਬਾਮਾ ਸਨ ਉਹਨਾਂ ਨੇ ਦੋਹਾਂ ਫਿਰਕਿਆਂ ਨੂੰ ਆਪਸ ਵਿੱਚ ਮਿਲਾਉਣ ਲਈ ਬੜੇ ਕਦਮ ਚੁੱਕੇ ਸੀ, ਪਰ ਇਸ ਵੇਲੇ ਇਹ ਦੋਹਾਂ ਫਿਰਕਿਆਂ ਵਿੱਚ ਪਾੜਾ ਜਿਹੜਾ ਹੈ ਉਹ ਬਹੁਤ ਵੱਡਾ ਹੋ ਗਿਆ ਔਰ ਇਸ ਨੂੰ ਨਿਬੇੜਨ ਲਈ ਬਹੁਤ ਸਾਰਾ ਹੋਰ ਸਮਾਂ ਜਿਹੜਾ ਹੈ ਉਹ ਲੱਗੇਗਾ। ਜੀ ਸੋ ਹੁਣ ਵੇਲਾ ਹੈ ਜੀ ਅੱਜ ਦੀ ਕੋਵਿਡ-19 ਦੀ ਭਾਰਤ ਦੀ ਕੀ ਰਿਪੋਰਟ ਹੈਗੀ ਹੈ, ਵਿਸ਼ਵ ਦੀ ਕੀ ਰਿਪੋਰਟ ਹੈ, ਉਹ ਤੁਹਾਨੂੰ ਜਾਣੂ ਕਰਵਾਈਏ। ਜੇਕਰ ਅਸੀਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਵਿੱਚ ਜਿਹੜਾ ਇਹ ਕੋਵਿਡ-19 ਦੇ ਪੀੜਤਾਂ ਦਾ ਅੰਕੜਾ ਆ ਉਹ 2,07,615 ਤੱਕ ਪਹੁੰਚ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ 8,909 ਨਵੇਂ ਕੇਸ ਜਿਹੜੇ ਸਾਹਮਣੇ ਆਏ ਨੇ, 217 ਜਿਹੜੀਆਂ ਮੌਤਾਂ ਹੋਈਆਂ ਨੇ ਤੇ ਭਾਰਤ ਦੇ ਵਿੱਚ ਕੁੱਲ 5815 ਜਿਹੜੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਤੇ ਜੇਕਰ ਗੱਲ ਕਰੀਏ ਵਿਸ਼ਵ ਦੀ ਤਾਂ ਵਿਸ਼ਵ ਦੇ ਵਿੱਚ ਇਹ ਜਿਹੜਾ ਅੰਕੜਾ ਆ 64,03,000 ਜਿਹੜੇ ਹੁਣ ਤੱਕ ਪੀੜਤ ਆ ਉਹ ਪਾਏ ਜਾ ਰਹੇ ਨੇ। 3,78,000 ਜਿਹੜੇ ਮੌਤਾਂ ਆ ਉਹ ਹੋ ਚੁੱਕੀਆਂ ਨੇ ਤੇ ਵਿਸ਼ਵ ਦੇ ਵਿੱਚ ਨਵੇਂ ਕੇਸ ਜਿਹੜੇ ਬੜੀ ਤੇਜ਼ੀ ਨਾਲ ਵਧ ਰਹੇ ਨੇ। ਬੇਸ਼ੱਕ ਅਸੀਂ ਉਹ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤੇ ਉਹ ਜਿਹੜਾ ਤੇਜ਼ੀ ਨਾਲ ਵਧਣਾ ਇੱਕ ਚਿੰਤਾ ਦਾ ਜਿਹੜਾ ਉਹ ਵਿਸ਼ਾ ਉਹ ਬਣੇ ਹੋਏ ਨੇ। ਬੇਸ਼ੱਕ ਭਾਰਤ ਦੇ ਵਿੱਚ ਤੇਜ਼ੀ ਨਾਲ ਜਿਹੜੇ ਵਧ ਰਹੇ ਨੇ ਪਰ ਜਿਹੜਾ ਮੌਤਾਂ ਦਾ ਅੰਕੜਾ ਜਾਂ ਫਿਰ ਜਿਹੜਾ ਠੀਕ ਹੋਣ ਦਾ ਅੰਕੜਾ ਆ ਉਹ ਬਹੁਤ ਕਹਿ ਲਓ ਕਿ ਤੇਜ਼ੀ ਨਾਲ ਜਿਹੜੇ ਕੇਸ ਵਧ ਰਹੇ ਨੇ ਉਹਦੇ ਹਿਸਾਬ ਦੇ ਨਾਲ ਜਿਹੜਾ ਸਹੀ ਇਸ ਸਮੇਂ ਅਸੀਂ ਕਹਿ ਸਕਦੇ ਕਿ ਜਾ ਰਿਹਾ ਕਿ ਬਾਕੀ ਕੰਟਰੀਆਂ ਨਾਲੋਂ ਅਸੀਂ ਜਿਹੜਾ ਪਿੱਛੇ ਹੈਗੇ, ਪਰ ਜਿਹੜੇ ਪੀੜਤ ਦਿਨੋਂ ਦਿਨ ਵਧ ਰਹੇ ਨੇ ਉਹ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਉਹ ਬਣਿਆ ਹੋਇਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਸਰ ਜਾਂਦੇ ਜਾਂਦੇ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਗੱਲਬਾਤ ਕੀਤੀ। ਸੋ ਅੱਜ ਦੇ ਲਈ ਇੰਨਾ ਹੀ, ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।